ਹਾਂਜੀ ਸਰੋਤਿਓ, ਸਵਾਗਤ ਹੈ ਜੀ ਤੁਹਾਡਾ ਜਨਮ ਸਾਖੀਆਂ ਦੀ ਪੜਚੋਲ ਦੇ ਐਪੀਸੋਡ ਨੰਬਰ 4 ਦੇ ਵਿੱਚ। ਤੇ ਮੈਂ ਸਤਬੀਰ ਸਿੰਘ ਡੋਡ ਅੱਜ ਹੋਸਟ ਦੇ ਲਈ ਇੱਥੇ ਹੋਸਟ ਰੂਪ ਵਿੱਚ ਤੁਹਾਡੇ ਕੋਲੇ ਆਇਆ। ਆਪਣੀ ਗੱਲਬਾਤ ਸਰਦਾਰ ਇੰਦਰ ਸਿੰਘ ਜੀ ਘੱਗਾ ਦੇ ਨਾਲ, ਬਾਪੂ ਜੀ ਨਾਲ ਪਹਿਲਾਂ ਤੋਂ ਚੱਲ ਰਹੀ ਹੈ ਜਨਮ ਸਾਖੀਆਂ ਦੀ ਪੜਚੋਲ ਦੇ ਰੂਪ ਦੇ ਵਿੱਚ। ਤੇ ਸਭ ਤੋਂ ਮੇਨ ਮੁੱਦਾ ਸਾਡਾ ਹੈਗਾ ਕਿ ਅਸੀਂ ਆਪਣੇ ਅੱਜ ਨੂੰ ਸਵਾਰੀਏ, ਭਵਿੱਖ ਨੂੰ ਸਵਾਰੀਏ ਕਿ ਚੰਗਾ ਹੋ ਸਕੇ। ਅਸੀਂ ਸਾਖੀਆਂ ਜਿਹੜੀਆਂ ਗੁਰੂ ਪਾਤਸ਼ਾਹ ਦੇ ਨਾਮ ਤੇ ਮੜੀਆਂ ਹੋਈਆਂ ਨੇ, ਗੁਰੂ ਨਾਨਕ ਸਾਹਿਬ ਦੇ ਨਾਲ ਜੋੜੀਆਂ ਗਈਆਂ, ਜਿਹੜੀਆਂ ਕਿ ਕੁਛ ਦੇ ਨਹੀਂ ਰਹੀਆਂ ਸਗੋਂ ਸਾਨੂੰ ਉਲਝਾ ਰਹੀਆਂ, ਤੇ ਬਹੁਤ ਲੰਮੇ ਸਮੇਂ ਤੋਂ ਇਹ ਜਿਹੜਾ ਤਾਣਾ ਬਾਣਾ ਉਲਝਿਆ ਹੋਇਆ। ਆਓ ਆਪਾਂ ਅੱਜ ਗੱਲਬਾਤ ਸ਼ੁਰੂ ਕਰੀਏ। ਸਮੇਂ ਦੇ ਅਕੋਰਡਿੰਗਲੀ ਇਹ ਨਾ ਹੋਵੇ ਕਿ ਆਪਾਂ ਇਹਦਾ ਲਾਹਾ ਨਾ ਲੈ ਸਕੀਏ, ਨਾ ਚੰਗੇ ਤਰੀਕੇ ਨਾਲ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਆਓ ਫਤਿਹ ਸਾਂਝੀ ਕਰੀਏ ਸਾਰੇ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਬਾਪੂ ਜੀ, ਠੀਕ ਠਾਕ ਹੋ ਜੀ? ਹਾਂਜੀ, ਚੜ੍ਹਦੀ ਕਲਾ ਸਰ। ਹਾਂਜੀ, ਆਪਾਂ ਗੱਲਬਾਤ ਕਰ ਰਹੇ ਹਾਂ ਜੀ ਸਾਖੀਆਂ ਦੇ ਉੱਪਰ ਕਿ ਵੈਸੇ ਗੁਰੂ ਪਾਤਸ਼ਾਹ ਦਾ ਆਪਣਾ ਪ੍ਰਮਾਣ ਹੈ ਕਿ ਕਹਿੰਦੇ ਸੱਚ ਬਿਨ ਸਾਖੀ ਮੂਲੋਂ ਨਾ ਬਾਕੀ। ਤੇ ਇਸ ਸਾਖੀਆਂ ਦੇ ਰਾਹੀਂ ਜੋ ਗੁਰੂ ਪਾਤਸ਼ਾਹ ਦੇ ਨਾਮ ਤੇ ਮੜਿਆ ਗਿਆ, ਉਹਨਾਂ ਦੇ ਵਿੱਚੋਂ ਕੁਝ ਨਾ ਕੁਝ ਜੇਕਰ ਅਸੀਂ ਅੱਜ ਵੀ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਭਾਵ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਸਾਡੇ ਗਲੋਂ ਲਾਇਆ ਕਿਸ ਤਰ੍ਹਾਂ ਜਾਵੇ, ਤੇ ਬਾਬਾ ਜੀ ਦੀ ਅਸਲੀ ਬਾਣੀ ਦਾ ਸਿਧਾਂਤ ਕੁਛ ਅਸੀਂ ਜੀ ਤੋਂ ਸਿੱਖ ਸਕਦੇ ਹਾਂ, ਕੋਈ ਸੇਧ ਲੈ ਸਕਦੇ ਹਾਂ। ਜਿੰਨਾ ਕੁ ਸਾਡੇ ਲਈ ਜ਼ਰੂਰੀ ਹੈ ਅਸੀਂ ਉਹਨੂੰ ਹੀ ਅਸੀਂ ਰੱਖ ਲਈਏ, ਬਹੁਤ ਜ਼ਿਆਦਾ ਉਲਝਣਾ ਸਾਡੇ ਸਿਰ ਨਾ ਪੈਣ। ਹਾਂਜੀ, ਅੱਜ ਦੇ ਸਵਾਲ ਨੰਬਰ 1 ਤੋਂ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੀ ਕਿ ਜੋ ਗੁਰੂ ਪਾਤਸ਼ਾਹ ਦਾ ਅਸਲੀ ਪਿੰਡ ਦਾ ਚਰਚਾ ਹੈ, ਜਿਹਨੂੰ ਅਸੀਂ ਅੱਜ ਕੱਲ ਨਨਕਾਣਾ ਸਾਹਿਬ ਕਹਿੰਦੇ ਆ, ਤੇ ਪਹਿਲਾਂ ਤਲਵੰਡੀ ਰਾਏ ਭੋਇਕੀ ਦੇ ਨਾਮ ਦੇ ਨਾਲ ਜਾਣਿਆ ਗਿਆ, ਕਿ ਉਹਨਾਂ ਦੇ ਪਿਛੋਕੜ ਬਾਰੇ ਵੀ ਕੁਝ ਗੱਲਾਂ ਜਿਹੜੀਆਂ ਹੋਰ ਵੀ ਨਾਲ ਸੰਬੰਧ ਰੱਖਦੀਆਂ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਹਾਂਜੀ, ਆਪਣਾ ਗੁਰੂ ਸਾਹਿਬ ਦੇ ਬਾਰੇ ਬਹੁਤ ਘੱਟ ਗੱਲਾਂ ਸਾਹਮਣੇ ਆਈਆਂ ਨੇ, ਤੇ ਅਸੀਂ ਜਿਹੜੀਆਂ ਪ੍ਰਚਲਿਤ ਸਾਖੀਆਂ ਨੇ, ਕਹਾਣੀਆਂ ਨੇ, ਜਿਹੜੀ ਇੱਕ ਵਾਰੀ ਚੱਲ ਗਈ ਉਹਦੇ ਵਿੱਚ ਸੋਧ ਕਰਨੀ, ਕੋਈ ਤਬਦੀਲੀ ਕਰਨੀ, ਹਰੇਕ ਬੰਦਾ ਖਤਰਾ ਮਹਿਸੂਸ ਕਰਦਾ ਹੈ ਜੀ। ਹਾਲਾਂਕਿ ਇਹ ਇੰਨੀ ਸਚਾਈ ਹੈ, ਜਿਹੜੀ ਆ ਪਿੰਡ ਵਾਲੀ ਗੱਲ ਤੁਸੀਂ ਪੁੱਛੀ ਹੈ ਜੀ। ਗੁਰੂ ਨਾਨਕ ਸਾਹਿਬ ਦਾ ਅਸਲੀ ਪਿੰਡ ਡੇਰਾ ਬਾਬਾ ਨਾਨਕ ਸੀ ਜੀ। ਇਹ ਜ਼ਿਲ੍ਹਾ ਤਰਨਤਾਰਨ ਅੱਜ ਕੱਲ ਬਣ ਗਿਆ, ਪਹਿਲਾਂ ਇਹ ਤਹਿਸੀਲ ਹੁੰਦੀ ਸੀ। ਸਰਹਾਲੀ ਦੇ ਨੇੜੇ ਇਹ ਪਿੰਡ ਹੈ। ਤੇ ਇਹਨਾਂ ਦੇ ਪਿਤਾ ਜੀ ਕਿਉਂਕਿ ਨੌਕਰੀ ਕਰਦੇ ਸੀ, ਭਾਈ ਜਿਹੜਾ ਰਾਏ ਬੁਲਾਰ ਸੀ, ਰਾਏ ਬੁਲਾਰ ਦਾ ਬਹੁਤ ਇਲਾਕੇ ਦੇ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਸੀ, ਤੇ ਸੁਲਤਾਨਪੁਰ ਦੇ ਜਿਹੜੇ ਸੀ ਨਵਾਬ, ਉਹਨਾਂ ਦੇ ਅਧੀਨ ਇਹ ਸਾਰਾ ਇਲਾਕਾ ਸੀ। ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਮਹਿਤਾ ਕਾਲੂ ਉਹਨਾਂ ਦੀ ਨੌਕਰੀ ਵਾਸਤੇ ਉੱਥੇ ਗਏ। ਤੇ ਇੱਕ ਗੱਲ ਇੱਥੇ ਹੋਰ ਵੀ ਯਾਦ ਆ ਗਈ ਹੈ, ਉਹ ਸਾਰੇ ਸੁਣਨ ਵਾਲਿਆਂ ਨੂੰ ਸਪਸ਼ਟ ਹੋ ਜਾਵੇ। ਆਪਾਂ ਆਮ ਤੌਰ ਤੇ ਮਹਿਤਾ ਕਾਲੂ ਜੀ ਤਾਂ ਕਹਿ ਦਿੰਦੇ ਹਾਂ, ਪਰ ਮਹਿਤਾ ਦਾ ਮਤਲਬ ਆਪਾਂ ਨੂੰ ਪਤਾ ਨਹੀਂ ਹੈ ਜੀ। ਗੁਰਬਾਣੀ ਚੋਂ ਆਪਾਂ ਇਹਦਾ ਪ੍ਰਮਾਣ ਲਈਏ, ਲੱਭ ਪਾਪ ਦੋਏ ਰਾਜਾ ਮਹਿਤਾ। ਹੁਣ ਇਹ ਭਾਵੇਂ ਉੱਥੇ ਗੁਰੂ ਸਾਹਿਬ ਨੇ ਲਾਲਚੀ ਅਤੇ ਘਟੀਆ ਬੰਦਿਆਂ ਵਾਸਤੇ ਪੇਸ਼ ਕੀਤਾ ਸ਼ਬਦ ਇਹ, ਪਰ ਰਾਜਾ ਪਹਿਲੇ ਦਰਜੇ ਤੇ, ਮਹਿਤਾ ਦੂਜੇ ਦਰਜੇ ਤੇ, ਭਾਵ ਕਿ ਉਹਦਾ ਵੱਡਾ ਅਫਸਰ ਜਾਂ ਵਜ਼ੀਰ ਹੁੰਦਾ ਮਹਿਤਾ। ਅਸੀਂ ਆਮ ਤੌਰ ਤੇ ਉਹਨੂੰ ਪਟਵਾਰੀ ਬਣਾਈ ਜਾਂਦੇ ਹਾਂ। ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਇੱਕ ਚੰਗੇ ਵੱਡੇ ਅਫਸਰ ਸੀ ਲੱਗੇ ਹੋਏ ਜੀ। ਤੇ ਉਹ ਨੌਕਰੀ ਦੇ ਕਾਰਨ ਜਿਹੜਾ ਰਾਏ ਬੁਲਾਰ ਸੀ ਉਹਦੇ ਕੋਲੇ ਚਲੇ ਗਏ, ਤਲਵੰਡੀ ਰਾਏ ਭੋਏ ਦੀ ਜਿਹਨੂੰ ਕਹਿੰਦੇ ਆ। ਉੱਥੇ ਕਾਫੀ ਸਾਰਾ ਇਲਾਕਾ ਉਹਨਾਂ ਦੇ ਅਧੀਨ ਸੀ। ਉਹਨਾਂ ਸਾਰੇ ਪਿੰਡਾਂ ਦੀ ਨਿਗਰਾਨੀ, ਜਿਹੜੀ ਠੇਕਾ ਵੰਡਾਈ ਜੋ ਉਹਨਾਂ ਜ਼ਮਾਨਿਆਂ 'ਚ ਹਿੱਸਾ ਪੱਤੀ ਚੱਲਦਾ ਸੀ, ਉਹ ਇਕੱਤਰ ਕਰਕੇ ਹਿਸਾਬ ਕਿਤਾਬ ਰੱਖ ਕੇ ਰਾਏ ਬੁਲਾਰ ਨੂੰ ਦਿੰਦੇ ਸੀ। ਰਾਏ ਬੁਲਾਰ ਅੱਗੇ ਸੁਲਤਾਨਪੁਰ ਦੇ ਨਵਾਬ ਨਾਲ ਹਿਸਾਬ ਕਿਤਾਬ, ਲੇਖਾ ਜੋਖਾ ਸਾਰਾ ਕਰਦਾ ਸੀ। ਉਹ ਨੌਕਰੀ ਦੇ ਕਾਰਨ ਅੰਦਾਜ਼ਾ ਲਾ ਕੇ ਵੇਖੋ ਕਿ 500 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਆਪਣੇ ਘਰੋਂ ਏਡੀ ਦੂਰ ਚਲੇ ਗਏ, ਤੇ ਅਸੀਂ ਅੱਜ ਵੀ ਡਰਦੇ ਹਾਂ ਕਿ ਅਸੀਂ ਘਰ ਤੋਂ ਦੂਰ ਨਹੀਂ ਜਾਣਾ, ਇਹ ਤਾਂ ਮੁਸ਼ਕਲਾਂ ਆਉਂਦੀਆਂ ਨੇ। ਹੁਣ ਹੌਲੀ ਹੌਲੀ ਫਿਰ ਆਪਾਂ ਗੁਰੂ ਨਾਨਕ ਸਾਹਿਬ ਦਾ ਅਸਲੀ ਪਿੰਡ ਭੁੱਲ ਗਏ ਤੇ ਨਨਕਾਣਾ ਸਾਹਿਬ ਹੀ ਯਾਦ ਰਹਿ ਗਿਆ। ਇਹ ਠੀਕ ਹੈ, ਨਨਕਾਣਾ ਸਾਹਿਬ ਵੀ ਸਾਡੇ ਵਾਸਤੇ ਬਹੁਤ ਅੱਛਾ ਥਾਂ ਹੈ, ਪਰ ਉਹਨਾਂ ਦਾ ਅਸਲੀ ਪਿੰਡ ਸੀ, ਉਹ ਸੀ ਡੇਰਾ ਬਾਬਾ ਨਾਨਕ, ਤੇ ਨੌਕਰੀ ਦੇ ਕਾਰਨ ਉਹਨਾਂ ਨੂੰ ਉੱਧਰ ਜਾਣਾ ਪਿਆ। ਠੀਕ ਹੈ ਜੀ। ਦੂਸਰੀ ਗੱਲ ਜੀ, ਜਦੋਂ ਮੰਨ ਲਓ, ਵੈਸੇ ਤਾਂ ਮੈਂ ਇੱਕ ਗੱਲ ਹੋਰ ਸੋਚਦਾ ਹੁੰਦਾ ਕਿ ਸਾਡਾ
ਜਿਵੇਂ ਗੁਰੂ ਪਾਤਸ਼ਾਹ ਨੇ ਆਖਿਆ ਕ੍ਰੀਏਟ ਯੂਰ ਹਿਸਟਰੀ ਦਾ ਤਰੀਕਾ ਹੈ, ਤਾਂ ਆਪਦੀ ਜ਼ਿੰਦਗੀ ਜਿਹਨੇ ਕੋਈ ਚੰਗੀ ਜੀ ਆ ਉਹ ਇਤਿਹਾਸ ਬਣ ਜਾਂਦੇ ਆ। ਉਹਨਾਂ ਚੰਗੀਆਂ ਸ਼ਖਸੀਅਤਾਂ ਨਾਲ ਲੋਕ ਜੁੜ ਜਾਂਦੇ ਆ। ਉਹ ਥਾਂ ਵੀ ਜਿਵੇਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ ਵਰਗੀਆਂ ਗੱਲਾਂ ਲਿਖੀਆਂ ਗਈਆਂ, ਪਰ ਸਾਡਾ ਇਹ ਮੇਨ ਮੋਟਿਵ ਨਹੀਂ ਹੁੰਦਾ ਕਿ ਅਸੀਂ ਕਿਸੇ ਥਾਂ ਨੂੰ ਪੂਜਾ ਦਾ ਥਾਂ ਬਣਾ ਲਈਏ, ਜਾਂ ਬਾਬਾ ਜੀ ਨੇ ਸਾਨੂੰ ਇਹ ਕਿਤੇ ਰਾਏ ਦਿੱਤੀ ਹੋਵੇ ਵੀ ਜਿੱਥੇ ਉਹਨਾਂ ਦਾ ਖਾਸ ਜਨਮ ਹੋਇਆ ਕੁਛ ਉਹਨੂੰ ਤੁਸੀਂ ਸਾਰਾ ਕੁਝ ਬਣਾ ਕੇ ਬੈਠ ਜਿਆ ਜੀ। ਪਰ ਫਿਰ ਵੀ ਲੋਕਾਂ ਦਾ ਜਿਸ ਤਰੀਕੇ ਨਾਲ ਝੁਕਾਅ ਆਪਾਂ ਦੇਖਦੇ ਹਾਂ ਨਨਕਾਣਾ ਸਾਹਿਬ ਦੇ ਨਾਲ ਜਿੱਥੋਂ ਇਹ ਆਰੰਭਤਾ ਹੋਈ ਹੈ, ਇਹਦੇ ਬਾਰੇ ਵੀ ਮੈਂ ਕਹਿੰਦਾ ਜੀ ਥੋੜੇ ਜਿਹੇ ਲਫ਼ਜ਼ ਜਿਹੜੇ ਆ ਉਹ ਸਪਸ਼ਟ ਕਰ ਦਿੱਤੇ ਜਾਣ, ਕਿਉਂਕਿ ਮੇਨ ਮੋਟਿਵ ਕੀ ਰਹਿੰਦਾ। ਜੇ ਸਾਡੇ ਗੁਰੂ ਪਾਤਸ਼ਾਹ ਨੇ ਉੱਥੇ ਉਹਨਾਂ ਦਾ ਪ੍ਰਕਾਸ਼ ਹੋਇਆ, ਉਹ ਜਨਮ ਲੈ ਕੇ ਆਏ ਆ, ਤੇ ਮੰਨ ਲਓ ਉਹਨਾਂ ਦਾ ਜਨਮ ਨਨਕਾਣੇ ਦੇ ਵਿੱਚ ਹੀ ਹੋਇਆ ਹੋਵੇ, ਜੇ ਉਹ ਪਿਛੋਕੜ ਉਹਨਾਂ ਦਾ ਇਹਦੇ ਨਾਲ ਆ, ਜੇ ਉਹ ਤਲਵੰਡੀ ਰਾਏ ਭੋਏ ਗਏ ਸੀ ਉਹਨਾਂ ਦੇ ਪਿਤਾ ਜੀ, ਤਾਂ ਉੱਥੇ ਉਹਨਾਂ ਦੇ ਨਾਲ ਮਾਤਾ ਤ੍ਰਿਪਤਾ ਵੀ ਹੋਣਗੇ ਤੇ ਉੱਥੇ ਉਹਨਾਂ ਦਾ ਜਨਮ ਹੋ ਗਿਆ। ਹਾਂਜੀ, ਪਰ ਇਹ ਗੱਲ ਕਲੀਅਰ ਕਰ ਦਈਏ ਵੀ ਆਪਾਂ ਇਤਿਹਾਸ ਦੇ ਵਿੱਚ ਇਹਨਾਂ ਥਾਵਾਂ ਨੂੰ ਕਿੱਦਾਂ ਲੈਨੇ ਆ, ਕਿ ਕਿਉਂਕਿ ਇਹ ਤੀਰਥ ਹੁੰਦੇ ਆ ਕਿ ਇਹ ਇਤਿਹਾਸਿਕ ਸਥਾਨ ਹੁੰਦੇ ਆ। ਇਹਦੇ ਬਾਰੇ ਥੋੜਾ ਜਿਹਾ ਜ਼ਰੂਰ ਧਿਆਨ ਦੇ ਵਿੱਚ ਲਿਆ ਦਿਓ ਸਰੋਤਿਆਂ ਦੇ। ਆਪਣੇ ਨਾਲ ਭਾਰਤ ਦੇ ਵਿੱਚ ਜਾਂ ਬਾਕੀ ਦੁਨੀਆ ਦੇ ਵਿੱਚ ਵੀ ਧਰਮ ਸਥਾਨ ਤਾਂ ਹੈਗੇ ਨੇ, ਤੇ ਉਹਨਾਂ ਦੇ ਵਿੱਚ ਵੇਖਣ ਨੂੰ, ਕੋਈ ਸਮਝਣ ਨੂੰ, ਕੋਈ ਜ਼ਿੰਦਗੀ ਮਾਨਣ ਨੂੰ, ਸਿੱਖਣ ਨੂੰ ਬਹੁਤ ਘੱਟ ਮਿਲਦਾ ਹੈ। ਵਿਦੇਸ਼ਾਂ ਵਾਲਿਆਂ ਨੇ ਸਿੱਖਣ ਨੂੰ ਪੁਰਾਤਨ ਥਾਵਾਂ ਤੋਂ ਵੀ ਬਹੁਤ ਕੁਝ ਸਾਂਭ ਕੇ ਰੱਖਿਆ ਹੋਇਆ ਹੈ। ਹੁਣ ਅਸੀਂ ਧਰਮ ਸਥਾਨ ਨੂੰ ਤਾਂ ਖਾਸ ਕਰਕੇ ਪੂਜਣਯੋਗ ਅਸਥਾਨ ਬਣਾ ਦਿੱਤਾ। ਸਾਡੀ ਤਾਂ ਨਿਗਰੀ ਹੋਈ ਹਾਲਤ ਇੱਥੋਂ ਤੱਕ ਹੈ ਕਿ ਅਸੀਂ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਚੋਂ ਅਗਵਾਈ ਲੈਣੀ ਸੀ, ਗਿਆਨ ਲੈਣਾ ਸੀ, ਉਹਨੂੰ ਵੀ ਪੂਜਣਯੋਗ ਬਣਾ ਕੇ ਰੱਖ ਦਿੱਤਾ ਹੋਇਆ ਹੈ ਜੀ। ਤੇ ਇਹੋ ਜਿਹੀਆਂ ਪੰਕਤੀਆਂ ਲੈ ਕੇ ਕਿ ਜਿੱਥੇ ਬਾਬਾ ਪੈਰ ਧਰੇ, ਹੁਣ ਪੈਰ ਤਾਂ ਬਾਬਾ ਜੀ ਨੇ ਲਗਭਗ 25-30 ਹਜ਼ਾਰ ਮੀਲ ਸਫ਼ਰ ਉਹਨਾਂ ਨੇ ਕੀਤਾ, ਫਿਰ ਕਿੰਨੇ ਥਾਵਾਂ ਤੇ ਪੈਰ ਧਰਿਆ ਤਾਂ ਗਿਣਤੀ ਮਿਣਤੀ ਉਹ ਨਹੀਂ ਹੈ ਕੋਈ ਵੀ, ਕਿੰਨੇ ਧਰਮ ਸਥਾਨ ਬਣਾਵਾਂਗੇ। ਬਿਲਕੁਲ, ਹਰੇਕ ਥਾਂ ਤੇ ਲੈਣਾ ਲੱਗ ਜਾਣਗੀਆਂ ਧਰਮ ਸਥਾਨਾਂ ਦੀਆਂ। ਗੱਲ ਸੀ ਕਿ ਬਿਲਡਿੰਗਾਂ ਤਾਂ ਬਹੁਤ ਨੇ, ਅੱਜ ਆਬਾਦੀ ਵਧਣ ਦੇ ਨਾਲ ਬਿਲਡਿੰਗਾਂ ਬੇਅੰਤ ਵੱਧ ਗਈਆਂ, ਗੁਰਦੁਆਰੇ ਬੇਅੰਤ ਵੱਧ ਗਏ, ਪਰ ਸਿੱਖਾਂ ਦੀ ਜਿਹੜੀ ਸੋਚ ਹੈ ਉਹ ਹੋਰ ਨਿਕਲਦੀ ਜਾ ਰਹੀ ਹੈ, ਗੁਰਬਾਣੀ ਤੋਂ ਦੂਰ ਹੈ। ਉਹਨਾਂ ਨੂੰ ਗੁਰੂ ਦੇ ਉਪਦੇਸ਼ਾਂ ਦਾ ਲਗਭਗ ਨਾ ਦੇ ਬਰਾਬਰ ਪਤਾ ਹੈ। ਸੋ ਦੇਖਣਾ ਸੀ ਇਹ ਅਸੀਂ ਕਿ ਨਨਕਾਣਾ ਸਾਹਿਬ ਦੇ ਵਿੱਚ ਜੇ ਸੱਚੀ ਮੁੱਚੀ ਉਹ ਸਾਡਾ ਚੰਗਾ ਧਰਮ ਸਥਾਨ ਅਸੀਂ ਉਹਨੂੰ ਮੰਨਦੇ ਹਾਂ, ਤਾਂ ਉੱਥੇ ਗਏ ਸਿੱਖਾਂ ਨੂੰ ਕੋਈ ਚੰਗੀ ਸੇਧ ਮਿਲਦੀ, ਉਹਨਾਂ ਨੂੰ ਕੋਈ ਚੰਗੀਆਂ ਪੁਸਤਕਾਂ ਮਿਲਦੀਆਂ, ਕੋਈ ਗੁਰੂ ਸਾਹਿਬ ਨਾਲ ਸੰਬੰਧਿਤ ਯਾਦਗਾਰਾਂ ਉੱਥੇ ਬਣਾਈਆਂ ਜਾਂਦੀਆਂ, ਵਿਖਾਈਆਂ ਜਾਂਦੀਆਂ, ਤਾਂ ਕਿ ਸਾਡੇ ਜੀਵਨ ਦੇ ਵਿੱਚ ਕੋਈ ਨਾ ਕੋਈ ਤਬਦੀਲੀ ਆਉਂਦੀ। ਅਸੀਂ ਮਹਿਸੂਸ ਕਰਦੇ ਕਿ ਇੰਨੀ ਵਧੀਆ ਥਾਂ ਤੇ ਅਸੀਂ ਦਰਸ਼ਨ ਮੇਲੇ ਕਰਕੇ ਆਏ ਹਾਂ, ਆਹ ਕੁਝ ਅਸੀਂ ਸਿੱਖਿਆ, ਆਹ ਕੁਝ ਅਸੀਂ ਵੇਖਿਆ। ਹੁਣ ਇੱਥੇ ਗੰਗਾ ਦੇ ਉੱਤੇ ਲੋਕੀ ਜਾਂਦੇ ਨੇ, ਉੱਥੇ ਦਰਿਆ ਨੂੰ ਮੱਥਾ ਟੇਕ ਕੇ ਵਾਪਸ ਮੁੜ ਆਉਂਦੇ ਨੇ, ਕੋਈ ਜੇਬਾਂ ਖਾਲੀ ਕਰਾ ਆਉਂਦੇ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਦੇ ਨਾਮ ਤੇ ਨਨਕਾਣਾ ਸਾਹਿਬ ਸਮੇਤ ਹੋਰ ਅਨੇਕ ਗੁਰਦੁਆਰੇ ਬਣ ਗਏ, ਪਰ ਉੱਥੋਂ ਸਾਨੂੰ ਸਿੱਖਣ ਨੂੰ ਕੁਝ ਵੀ ਨਹੀਂ ਮਿਲਦਾ, ਤੇ ਕੇਵਲ ਪੂਜਾ ਕਰਨ ਦੀਆਂ ਥਾਵਾਂ ਹੋ ਗਈਆਂ। ਤੇ ਪੂਜਾ ਕਰਨ ਵਾਲੀਆਂ ਥਾਵਾਂ ਤਾਂ ਭਾਰਤ ਦੇ ਵਿੱਚ ਪਹਿਲਾਂ ਹੀ ਬਹੁਤ ਸੀ। ਗੁਰੂ ਸਾਹਿਬ ਤਾਂ ਇੱਥੇ ਸਾਨੂੰ ਕੋਈ ਸਿਖਾਉਣ ਆਏ ਸੀ, ਪੜ੍ਹਾਉਣ ਆਏ ਸੀ। ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਇਹ ਸਾਖੀਆਂ ਨੇ ਜਿਹੜੀਆਂ, ਇਹ ਸੀ ਗਵਾਹੀ, ਸਿੱਖਿਆ, ਸਿੱਖਿਆ। ਉਹ ਗੱਲ ਗਈ ਭੁੱਲ, ਅਸੀਂ ਸਾਖੀ ਨੂੰ ਅਜਿਹੇ ਰਾਹ ਤੋਰ ਦਿੱਤਾ। ਹੁਣ ਇਉਂ ਲੱਗਣ ਲੱਗ ਪਿਆ ਵੀ ਸਾਖੀ ਦਾ ਮਤਲਬ ਹੈ ਗੱਪ ਕਹਾਣੀ, ਝੂਠ ਕਹਾਣੀ, ਕਲਪਨਾ ਤੇ ਆਧਾਰਿਤ ਕਹਾਣੀ, ਤੇ ਕਈ ਵਾਰੀ ਗੁਰੂ ਸਾਹਿਬ ਦਾ ਅਪਮਾਨ ਕਰਨ ਵਾਲੀ ਕਹਾਣੀ ਨੂੰ ਵੀ ਆਪਾਂ ਸਾਖੀ ਕਹਿਣ ਲੱਗ ਪਏ। ਇਸ ਤਰ੍ਹਾਂ ਗੁਰੂ ਸਾਹਿਬ ਨਾਲ ਸਾਖੀਆਂ ਜੁੜ ਗਈਆਂ। ਉਹਨਾਂ ਦੀ ਅਸਲ ਸਿੱਖਿਆ ਸੀ ਗੁਰਬਾਣੀ, ਉਪਦੇਸ਼, ਜ਼ਿੰਦਗੀ ਜਿਉਣ ਦੇ ਢੰਗ। ਠੀਕ ਹੈ ਜੀ, ਬਹੁਤ ਧੰਨਵਾਦ ਇਹਦੇ ਲਈ ਤੁਹਾਡਾ, ਕਿਉਂਕਿ ਸਾਨੂੰ ਇਹ ਚੀਜ਼ ਤੋਂ ਬਹੁਤ ਜ਼ਿਆਦਾ ਕੁਰਾਹੇ ਪਾਇਆ ਗਿਆ ਵੀ ਜੇਕਰ ਅਸੀਂ ਫਤਿਹਗੜ੍ਹ ਸਾਹਿਬ ਚਲੇ ਜਾਈਏ, ਆਨੰਦਪੁਰ ਸਾਹਿਬ ਚਲੇ ਜਾਈਏ, ਕਿਤੇ ਵੀ ਚਲੇ ਜਾਈਏ, ਈਵਨ ਕਿ XYZ ਜਿੰਨੇ ਵੀ ਇਹ ਥਾਂ ਹੈਗੇ ਆ ਜਿਨ੍ਹਾਂ ਨੂੰ ਅਸੀਂ ਇਤਿਹਾਸਿਕ ਸਥਾਨ ਕਹਿੰਦੇ ਆ, ਇਹਨਾਂ ਦੇ ਵਿੱਚ ਜ਼ਿਆਦਾ ਸਿੱਖਣ ਨੂੰ ਬਹੁਤ ਜ਼ਿਆਦਾ ਘੱਟ ਚੀਜ਼ਾਂ, ਕਿਉਂਕਿ ਵਾਕਈ ਕਿਤੇ ਵੀ ਗੋਲਕ ਰੱਖ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸਾਡਾ ਕਿੱਸਾ ਜਿਹੜਾ ਸ਼ੁਰੂ ਹੋ ਜਾਂਦਾ। ਹਰ ਚੀਜ਼ ਨੂੰ ਅਸੀਂ ਇਹੀ ਚਾਰ ਦੁਆਰੀ ਬਣਾ ਕੇ ਜਿਹੜਾ ਹੈ ਸਾਬਤ ਕੀਤਾ ਵੀ ਆ ਬਸ ਇਹਦੇ ਨਾਲ ਆਹ ਜੁੜਿਆ ਹੋਇਆ ਸੀ, ਇਹਦੇ ਨਾਲ ਆਹ ਜੁੜਿਆ ਹੋਇਆ ਸੀ। ਜੇ ਕਿਸੇ ਥਾਂ ਨਾਲ ਕੁਝ ਜੁੜਿਆ ਵੀ ਹੋਇਆ ਸੀ ਤਾਂ ਇਹਦਾ ਪਰਪਸ ਇਹ ਥੋੜੀ ਨਾ ਸੀ ਕਿ ਉੱਥੇ ਤੁਸੀਂ ਗੁਰਦੁਆਰਾ ਬਣਾ ਦੋਗੇ। ਇਸ ਕਰਕੇ ਇਹਦੇ ਪ੍ਰਤੀ ਵੀ ਸਾਨੂੰ ਜਾਗਰੂਕ ਹੋਣਾ ਚਾਹੀਦਾ। ਜਣੇ ਖਣੇ ਥਾਵਾਂ ਦੇ ਉੱਪਰ ਸਾਨੂੰ ਜਾ ਕੇ ਕੁਝ ਸੋਚਣਾ ਵੀ ਚਾਹੀਦਾ ਵੀ ਇੱਥੋਂ ਸਾਨੂੰ ਮਿਲਦਾ ਕੀ ਹੈ, ਸਮਾਜ ਨੂੰ ਸੇਧ ਕੀ ਮਿਲਦੀ ਹੈ, ਅਸੀਂ ਇੱਥੋਂ ਕੀ ਕੁਝ ਸਿੱਖ ਪਾਉਂਦੇ ਆ ਕਿ ਨਹੀਂ ਪਾਉਂਦੇ। ਇਹ ਸਰੋਤੇ ਜ਼ਰੂਰ ਖਿਆਲ ਰੱਖਣ। ਅਗਲੀ ਗੱਲ ਹੈ ਜੀ, ਕਹਿੰਦੇ ਜਦੋਂ ਮੁੰਡਾ ਜੰਮਦਾ ਉਦੋਂ ਤਾਂ ਠੀਕ ਹੈ, ਜੰਮਣ ਤੋਂ ਬਾਅਦ ਮਾਪਿਆਂ ਦਾ ਸਹੀ ਖਿਆਲ ਹੁੰਦਾ ਵੀ ਉਹ ਕੁਛ ਕਰੇ।
ਗੁਰੂ ਪਾਤਸ਼ਾਹ ਨੂੰ ਪਹਿਲਾਂ ਹੀ ਸਾਖੀਆਂ ਦੇ ਵਿੱਚ ਜਦੋਂ ਆਪਾਂ ਵੀਰ ਸਿੰਘ ਨੂੰ ਪੜ੍ਹ ਲਈਏ, ਕਿਸੇ ਨੂੰ ਪੜ੍ਹ ਲਈ, ਉਹਦੇ ਵਿੱਚ ਵਿਖਾਇਆ ਜਾਂਦਾ ਵੀ ਬਹੁਤ ਸੁਸਤ ਨੇ, ਉਹ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਡੁੱਬੇ ਰਹਿੰਦੇ ਆ। ਇਹ ਤਾਂ ਲੋਕਾਂ ਨੇ ਤਾਂ ਏਦਾਂ ਵੀ ਉਹਨਾਂ ਦੇ ਬਾਰੇ ਅਨਾਉਂਸ ਕੀਤਾ, ਪ੍ਰਚਾਰਿਆ ਕਿ ਉਹ ਮਤਲਬ ਉਹਨਾਂ ਦੇ ਸਿਰ ਤੇ ਸਾਇਆ ਸੀ ਜੀ, ਮਤਲਬ ਕਹਿ ਦਿੰਦੇ ਆ ਜਿਵੇਂ ਵੀ ਇਹ ਤਾਂ ਪਤਾ ਨਹੀਂ ਕੀ ਹੋਇਆ ਵਾ, ਇੰਨਾ ਡੁੱਬਿਆ ਬੁਝਿਆ ਕਿਉਂ ਰਹਿੰਦਾ, ਬਹੁਤ ਸਾਰੀਆਂ ਗੱਲਾਂ। ਤੇ ਇਹਦੇ ਵਿੱਚ ਮਹਿਤਾ ਕਲਿਆਣ ਦਾਸ ਨੂੰ, ਕਾਲੂ ਨੂੰ ਬੜਾ ਫਿਕਰਮੰਦ ਦਿਖਾਇਆ ਗਿਆ। ਫਿਕਰਮੰਦ ਦਿਖਾਉਣ ਤੇ ਉਹ ਆਪਣੇ ਜਿਹੜੇ ਆਸੇ-ਪਾਸੇ ਗੱਲਾਂ ਵੀ ਕਰਦਾ, ਉਹਦੇ ਇਲਾਜ ਦੀਆਂ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਢੰਗ ਵਰਤਦੇ ਨੇ। ਪਰ ਭਾਈ ਜੈ ਰਾਮ ਦੀ ਗੱਲ ਕਰੀਏ ਆਪਾਂ, ਬੇਬੇ ਨਾਨਕੀ ਜੀ ਉਹਨਾਂ ਤੋਂ ਵੱਡੇ ਨੇ, ਉਹਨਾਂ ਦੀ ਮੈਰਿਜ ਜਿਹੜੀ ਹੋਈ ਵੀ ਹੈ ਸੁਲਤਾਨਪੁਰ, ਉਹਨਾਂ ਨੇ ਜਦੋਂ ਮੰਨ ਲਓ ਉਹਨਾਂ ਦਾ ਚਰਚਾ ਜੈ ਰਾਮ ਦੇ ਨਾਲ ਹੁੰਦਾ ਤਾਂ ਉਹ ਕਹਿੰਦੇ ਵੀ ਇਹਨੂੰ ਉੱਥੇ ਲੈ ਜਾ ਜੇ ਕੋਈ ਓਪਰਚੁਨਿਟੀ ਹੈ। ਹਾਂਜੀ। ਤਾਂ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਉੱਥੇ ਜਾ ਕੇ ਇੱਕ ਜੌਬ ਕੀਤੀ ਜਿਹੜੀ ਕਿ ਮੋਦੀ ਦੀ ਜੌਬ ਹੈ। ਹਾਂਜੀ, ਠੀਕ ਹੈ ਜੀ। ਇਹ ਮੋਦੀ ਤੋਂ ਕੀ ਭਾਵ ਹੁੰਦਾ ਜੀ, ਤੇ ਗੁਰੂ ਪਾਤਸ਼ਾਹ ਨੇ ਕੀ ਉਹ ਚੰਗੀ ਤਰ੍ਹਾਂ ਜੌਬ ਨਿਭਾਈ, ਤੇ ਜੇ ਨਿਭਾਈ ਤਾਂ ਉਹਦੇ ਵਿੱਚ 13 ਦਾ ਇਹ ਫੰਡਾ ਕੀ ਸੀ? ਕਿਉਂਕਿ ਇਹਨੂੰ ਹਰਪ੍ਰੀਤ ਸਿੰਘ ਮਖੂ ਨੂੰ ਵੀ ਸੁਣਦੇ ਆ, ਇਹ ਤਾਂ ਕਈ ਵਾਰੀ ਨਾ ਇਹਨਾਂ ਨੂੰ ਜਾਦੂਈ ਜੀਆਂ ਚੀਜ਼ਾਂ ਬਣਾ ਕੇ ਨਾ ਪ੍ਰਚਾਰ ਦਿੱਤਾ ਜਾਂਦਾ। ਭਾਵ ਸਾਨੂੰ ਤਾਂ ਹਰ ਚੀਜ਼ ਨੂੰ ਚਮਤਕਾਰ ਬਣਾ ਕੇ ਪੇਸ਼ ਕਰਨਾ ਹੁੰਦਾ। ਸਾਡੇ ਲੋਕਾਂ ਦੀ ਵਾਹ ਖੱਟਣ ਮਾਰੇ ਲੋਕ ਬਸ ਵਾਹਿਗੁਰੂ ਵਾਹਿਗੁਰੂ ਅੱਖਾਂ ਮੀਟ ਲੈਣ ਤੇ ਹੋਰ ਕੁਛ ਨਾ ਬੋਲਣ, ਸਾਨੂੰ ਏਦਾਂ ਪ੍ਰਤੀਤ ਕਰਵਾਇਆ ਜਾਂਦਾ। ਆਪ ਜੀ ਇਸ ਮੋਦੀ ਦਾ ਕੀ ਭਾਵ ਹੁੰਦਾ ਹੈ, ਔਰ 13 ਦੇ ਵੱਟਿਆਂ ਵਾਲੀਆਂ ਸਾਖੀਆਂ ਤੇ ਇਹ ਸਾਰਾ ਕੀ ਮਸਲਾ ਹੈ ਜੀ? ਪਲੀਜ਼ ਇਹਦੇ ਬਾਰੇ ਤੁਸੀਂ ਸੰਗਤਾਂ ਨੂੰ ਦੱਸੋ, ਸਰੋਤਿਆਂ ਨੂੰ ਦੱਸੋ। ਹਾਂਜੀ, ਇਹ ਬਹੁਤ ਜ਼ਰੂਰੀ ਸਵਾਲ ਹੈ ਤੇ ਇਹਦਾ ਜਵਾਬ ਵੀ ਜਰਾ ਖੁੱਲ ਕੇ ਦੇਣਾ ਬਣਦਾ ਹੈ, ਕਿਉਂਕਿ ਇਹਦੇ ਤੇ ਲੋਕਾਂ ਨੂੰ ਬਹੁਤ ਗੁੰਮਰਾਹ ਕੀਤਾ ਗਿਆ ਹੈ। ਅੱਜ ਤੱਕ ਵੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਸੁਲਤਾਨਪੁਰ ਉਹ ਵੱਟੇ ਪੁਰਾਣੇ ਕਿਸਮ ਦੇ ਕਿਤੋਂ ਲਿਆ ਕੇ ਰੱਖੇ ਹੋਏ ਨੇ ਪੱਥਰੀਏ, ਕਿ ਇਹਨਾਂ ਵੱਟਿਆਂ ਦੇ ਨਾਲ ਗੁਰੂ ਸਾਹਿਬ ਲੋਕਾਂ ਨੂੰ ਅਨਾਜ ਤੋਲ ਕੇ ਦਿੰਦੇ ਸੀ। ਪਰ 13 ਤੋਂ ਬਾਅਦ 14, 15, 16, 17 ਉਹ ਕੁਝ ਵੀ ਨਹੀਂ ਸੀ ਕਹਿੰਦੇ, ਬਸ 13 ਕਹਿ ਕੇ ਲੋਕਾਂ ਨੂੰ ਆਪਣਾ ਘਰ ਲੁਟਾਈ ਜਾਂਦੇ ਸੀ। ਤੇ ਗੱਲ ਕੀ, ਹਰ ਥਾਂ ਤੇ ਗੁਰੂ ਸਾਹਿਬ ਨੂੰ ਕਮਲਾ ਸਿੱਧ ਕਰਨ ਦਾ ਯਤਨ ਕੀਤਾ। ਪਹਿਲਾਂ 20 ਰੁਪਏ ਪਿਤਾ ਜੀ ਤੋਂ ਮਿਲੇ, ਉਹ ਵੀ ਸਾਧਾਂ ਨੂੰ ਲੁਟਾਏ, ਤੇ ਫਿਰ ਪਸ਼ੂ ਚਾਰਨ ਭੇਜੇ, ਉਹ ਵੀ ਫਸਲਾਂ ਉਜਾੜ ਕੇ ਆ ਗਏ। ਤੇ ਜਦੋਂ ਵੀ ਕਿਧਰੇ ਕੋਈ ਕੰਮ ਨੂੰ ਭੇਜੇ ਨੇ ਤੇ ਜੇ ਘਰੇ ਵੀ ਬਿਠਾ ਲਏ ਨੇ ਤੇ ਉਦੋਂ ਵੀ ਉਹਨੂੰ ਕੁਝ ਨਹੀਂ ਕਰਦੇ ਹਨ, ਚੁੱਪਚਾਪ ਨੀਵੀਂ ਪਾ ਕੇ ਬਹਿ ਜਾਂਦੇ ਨੇ। ਕਿਤੇ ਘਰਦਿਆਂ ਨੂੰ ਮਹਿਸੂਸ ਹੁੰਦਾ ਕਿ ਉਹ ਬਿਮਾਰ ਨੇ, ਉਹ ਵੈਦ ਨੂੰ ਬੁਲਾਉਂਦੇ ਨੇ, ਤੇ ਕਿਤੇ ਪੜ੍ਹਨ ਭੇਜਦੇ ਨੇ ਤੇ ਉਦੋਂ ਵੀ ਉਹ ਪੜ੍ਹਦੇ ਨਹੀਂ ਹੈਗੇ। ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਲਿਖੀ ਹੋਈ ਪੜ੍ਹੀਏ, ਮੈਂ ਹੈਰਾਨ ਰਹਿ ਗਿਆ ਕਿ 12 ਭਾਸ਼ਾਵਾਂ ਦੇ ਵਿੱਚ, ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਮੌਜੂਦ ਨੇ 12 ਬੋਲੀਆਂ ਦੇ ਵਿੱਚ ਜੀ। ਹੁਣ ਜਿਹੜਾ ਬੰਦਾ ਕਦੀ ਨਹੀਂ ਪੜ੍ਹਿਆ, ਜਿਹੜਾ ਬੰਦਾ ਕਦੀ ਉਹਨੇ ਸਟੱਡੀ ਨਹੀਂ ਕੀਤੀ, ਦੁਨੀਆ ਦੇ ਵੱਡੇ ਵੱਡੇ ਵਿਦਵਾਨਾਂ ਨੂੰ ਨਹੀਂ ਮਿਲਿਆ, ਉਹ 12 ਬੋਲੀਆਂ ਦੇ ਸ਼ਬਦ ਕਿਵੇਂ ਸਿੱਖ ਜਾਊਗਾ? ਤੇ ਉਹਨਾਂ ਨੂੰ ਇੱਥੋਂ ਤੱਕ ਕਬੀਰ ਜੀ ਦੀ, ਰਵਿਦਾਸ ਜੀ ਦੀ, ਨਾਮਦੇਵ ਜੀ ਦੀ ਜਿਹੜੀ ਬਾਣੀ ਉਹਨਾਂ ਨੂੰ ਕਿੱਥੋਂ ਸਮਝ ਆਉਣੀ ਸੀ ਜੇ ਹੋਰ ਬੋਲੀਆਂ ਨਾ ਜਾਣਦੇ ਹੁੰਦੇ? ਤੇ ਉਹਨੂੰ ਫਿਰ ਪੰਜਾਬੀ ਦੇ ਵਿੱਚ ਅਨੁਵਾਦ ਕਿਵੇਂ ਕਰ ਸਕਣਾ ਸੀ ਜੇ ਉਹਨਾਂ ਬੋਲੀਆਂ ਦੀ ਉਹਨਾਂ ਨੂੰ ਮਹਾਰਤ ਹਾਸਲ ਨਾ ਹੁੰਦੀ? ਇੰਨਾ ਵੱਡਾ ਵਿਦਵਾਨ ਉਹਨਾਂ ਜ਼ਮਾਨਿਆਂ ਦਾ ਗੁਰੂ ਨਾਨਕ ਸਾਹਿਬ ਉਹ 13 ਤੇ ਖਿਲਾਰਤਾ ਲਿਆ ਕੇ। ਇਹ ਗੱਲ ਜਿਹੜੀ ਅਸਲ 'ਚ ਇਹ ਹੈ ਕਿ ਜਿਹੜਾ ਮੋਦੀ ਸ਼ਬਦ ਹੈ, ਇਹ ਉਹਨਾਂ ਸਮਿਆਂ ਦੇ ਵਿੱਚ, ਜਿਵੇਂ ਅੱਜ ਕੱਲ ਪੰਜਾਬ ਸਟੇਟ ਦਾ ਸਿਵਲ ਸਪਲਾਈ ਮਹਿਕਮੇ ਦਾ ਵੱਡਾ ਅਫਸਰ ਹੁੰਦਾ, ਸਾਰੇ ਪੰਜਾਬ ਦਾ ਇੰਚਾਰਜ ਇੱਕ ਸਿਵਲ ਸਪਲਾਈ ਮਹਿਕਮੇ ਦਾ ਅਫਸਰ, ਉਹਨਾਂ ਜ਼ਮਾਨੇ 'ਚ ਮੰਤਰੀ ਨਹੀਂ ਸੀ ਹੁੰਦੇ, ਇਕੱਲੇ ਸਿਵਲ ਸਪਲਾਈ ਅਫਸਰ ਹੀ ਹੁੰਦੇ ਸੀ। ਮੋਦੀ ਉਸ ਮਹਿਕਮੇ ਦੇ ਸਿਵਲ ਸਪਲਾਈ ਅਫਸਰ ਨੂੰ ਕਹਿੰਦੇ ਨੇ, ਜਿਹੜਾ ਖਾਣੇ ਦਾਣੇ ਦਾ ਸਾਰੇ ਲੋਕਾਂ ਵਾਸਤੇ ਆਪਣਾ ਜਿਹੜਾ ਸੂਬਾ ਹੈ, ਉਹ ਸਾਰੇ ਲੋਕਾਂ ਦੇ ਜਿਹੜੇ ਸੂਬੇ 'ਚ ਰਹਿੰਦੇ ਨੇ ਉਹਨਾਂ ਦੇ ਖਾਣ ਪਾਣ ਦਾ ਪ੍ਰਬੰਧ ਹੈ ਜਿਹੜਾ ਉਹਨੇ ਖਿਆਲ ਰੱਖਣਾ ਹੈ। ਜੇ ਕਾਲ ਪੈਂਦਾ ਹੈ ਤਾਂ ਉਹਨਾਂ ਦੀ ਕਿਵੇਂ ਸਹਾਇਤਾ ਕਰਨੀ ਹੈ, ਉਹਨਾਂ ਦੀ ਖੇਤੀ ਦੇ ਵਿੱਚੋਂ ਆਮਦਨ ਚੰਗੀ ਹੁੰਦੀ ਹੈ ਤਾਂ ਕਿੰਨਾ ਕੁ ਹਿੱਸਾ ਲੈਣਾ ਹੈ, ਜ਼ਮੀਨਾਂ ਉਹਨਾਂ ਨੂੰ ਕਿਸ ਢੰਗ ਨਾਲ ਦੇਣੀਆਂ ਨੇ, ਤੇ ਉਹਨਾਂ ਤੇ ਜੇ ਕੋਈ ਮੁਸੀਬਤ ਆ ਪੈਂਦੀ ਹੈ ਤਾਂ ਕਿਵੇਂ ਮਦਦ ਕਰਨੀ ਹੈ। ਮੋਦੀ ਦਾ ਮਤਲਬ ਸੀ ਸਿਵਲ ਸਪਲਾਈ ਮਹਿਕਮੇ ਦਾ ਵੱਡਾ ਅਫਸਰ। ਤੇ ਇਹਦਾ ਜਨਮ ਸਾਖੀਆਂ ਚੋਂ ਇੰਨਾ ਕੁ ਹਵਾਲਾ ਮਿਲਦਾ ਹੈ ਕਿ ਦੌਲਤ ਖਾਨ ਜਿਹੜਾ ਇਲਾਕੇ ਦਾ, ਸੂਬੇ ਦਾ ਸੁਲਤਾਨ ਸੀ, ਜਿਹੜਾ ਉਸ ਸੁਲਤਾਨ ਨੇ, ਦੌਲਤ ਖਾਨ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਕੋਲੇ ਕੁਰਸੀ ਤੇ ਬਿਠਾਉਂਦਾ ਹੁੰਦਾ ਸੀ। ਭਾਵ ਕਿ ਜਿਹੜੇ ਵੱਡੇ ਅਫਸਰ ਸੀ ਉਹਨਾਂ ਨੂੰ ਗਵਰਨਰ ਦੇ ਕੋਲੇ ਕੁਰਸੀ ਤੇ ਬੈਠਣ ਦੀ ਇਜਾਜ਼ਤ ਸੀ, ਬਾਕੀਆਂ ਨੂੰ ਨੀਵੇਂ ਥਾਂ ਤੇ, ਜਿਹੜੇ ਹੋਰ ਛੋਟੇ ਨੇ ਉਹਨਾਂ ਨੂੰ ਜ਼ਮੀਨ ਤੇ ਬੈਠਣ ਦੀ ਇਜਾਜ਼ਤ ਸੀ, ਤੇ ਬਹੁਤ ਸਾਰੇ ਜਿਹੜੇ ਛੋਟੇ ਮੁਲਾਜ਼ਮ ਸੀ ਜਾਂ ਫਰਿਆਦੀ ਹੁੰਦੇ ਸੀ ਉਹਨਾਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ, ਉਹਨਾਂ ਨੂੰ ਖੜੇ ਰਹਿਣ ਦੀ ਇਜਾਜ਼ਤ ਹੁੰਦੀ ਸੀ ਜੀ। ਤੋਂ ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਮੋਦੀ ਸੀ ਤੇ ਦੌਲਤ ਖਾਨ ਦੇ ਕੋਲੇ ਕੁਰਸੀ ਤੇ ਬੈਠਣ ਦੀ ਇਜਾਜ਼ਤ ਸੀ,
ਫਿਰ ਸੋਚ ਕੇ ਦੇਖੋ, ਉਹ 13 ਵਾਲਾ ਮਸਲਾ ਸਾਰੀ ਝੂਠ ਸਿੱਧ ਹੁੰਦਾ ਹੈ, ਉਹਦੀ ਕੋਈ ਕੀਮਤ ਨਹੀਂ ਹੈ। ਬੱਟਿਆਂ ਨਾਲ ਤੋਲ ਕੇ ਅੰਨ ਦੇਣਾ ਇਹ ਵੱਡੇ ਅਫਸਰ ਨਹੀਂ ਦਿੰਦੇ ਹੁੰਦੇ, ਉਹ ਕੇਵਲ ਹੁਕਮ ਦਿੰਦੇ ਨੇ ਆਪਣੇ ਛੋਟੇ ਮੁਲਾਜ਼ਮਾਂ ਨੂੰ ਕਿ ਭਾਈ ਇਸ ਇਲਾਕੇ ਵਾਸਤੇ ਮੈਂ ਇੰਨਾ ਅੰਨ ਦਾਣਾ ਅਲਾਟ ਕਰ ਰਿਹਾ, ਤੁਸੀਂ ਇਹਦੀ ਨਿਗਰਾਨੀ ਕਰਨੀ ਹੈ। ਮੈਂ ਛਾਪਾ ਮਾਰ ਕੇ ਚੈੱਕ ਵੀ ਕਰ ਸਕਦਾ, ਗਲਤੀ ਨਾ ਕਿਤੇ ਹੋ ਜਾਵੇ। ਇਹਨਾਂ ਇਲਾਕਿਆਂ ਚੋਂ ਅਨਾਜ ਇੰਨਾ ਹੋਇਆ, ਉਗਰਾਈ ਵੇਲੇ ਤੁਸੀਂ ਆਹ ਕੰਮ ਕਰਨਾ ਹੈ, ਲੋਕਾਂ ਦੀ ਮਦਦ ਵਾਸਤੇ ਆਹ ਕੰਮ ਕਰਨਾ ਹੈ। ਉਹ ਸੀ ਇਮਾਨਦਾਰੀ ਨਾਲ, ਦਿਆਨਤਦਾਰੀ ਨਾਲ ਉਹ ਸਾਰਾ ਕੁਝ ਪ੍ਰਬੰਧ ਕਰਨਾ। ਇਹ ਸੀ ਗੁਰੂ ਨਾਨਕ ਸਾਹਿਬ ਦਾ ਜਿਹੜੀ ਜ਼ਿੰਮੇਵਾਰੀ। ਪਰ ਉਹਨਾਂ ਨੂੰ 13 ਦੇ ਬੱਟੇ ਲੈ ਕੇ 13 ਕਹਿ ਕੇ ਇੱਕ ਤਰ੍ਹਾਂ ਦਾ ਬਾਣੀਆ ਜਿਹਾ ਬਣਾ ਕੇ ਬਿਠਾ ਦਿੱਤਾ, ਤੇ ਬੱਟੇ ਵੀ ਉੱਥੇ ਲਈ ਬੈਠੇ ਨੇ, ਜਿਹੜਾ ਕਿ ਅਸਲੀਅਤ ਦੇ ਨੇੜੇ ਤੇੜੇ ਵੀ ਨਹੀਂ ਹੈ ਜੀ। ਇਹ ਵੀ ਗੱਲ ਬੜੀ ਠੀਕ ਹੈ ਜੀ। ਮੈਂ ਇੱਕ ਗੱਲ ਹੋਰ ਨਾਲ ਐਡ ਕਰ ਦਿੰਨਾ, ਕਈ ਵਾਰੀ ਨਾ ਬੱਚੇ ਨਵੇਂ ਹੁੰਦੇ ਜਿਹੜੇ ਸਟੋਰੀਆਂ ਨੂੰ ਲਾਈਕ ਕਰਦੇ ਨਾ, ਪਸੰਦ ਕਰਦੇ ਸੁਣਨਾ, ਉਹ ਜ਼ਰੂਰ ਖਿਆਲ ਕਰਨ ਇੱਥੇ ਵੀ ਇੱਥੇ ਮੋਦੀ ਇੱਕ ਪੋਸਟ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ, ਜਿਹੜਾ ਸਪਲਾਈ ਮਹਿਕਮੇ ਦਾ ਅਫਸਰ ਰੈਂਕ ਦਾ ਜਿਹੜਾ ਬੰਦਾ ਹੈਗਾ ਉਹਦੀ ਗੱਲ ਕਰ ਰਹੇ ਹਾਂ। ਮੋਦੀ ਦਾ ਮਤਲਬ ਸਾਡੇ ਪੀਐਮ ਤੋਂ ਨਹੀਂ ਹੈ, ਕਿਰਪਾ ਕਰਕੇ ਉਹ ਜ਼ਰੂਰ ਨੋਟ ਕਰਨ ਕਿ ਕਿਸੇ ਨੇ ਨਵਾਂ ਨਾਮ ਸੁਣਿਆ ਹੋਵੇ ਮੋਦੀ, ਕਿਉਂਕਿ ਇੱਥੇ ਕੱਲਾ ਨਾਮ ਹੀ ਭਗਤਾਂ ਵੱਲੋਂ ਮੋਦੀ 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 ਕਰਵਾਇਆ ਗਿਆ। ਤੇ ਅੱਜ ਕੱਲ ਸਾਡੇ ਦਿਮਾਗ ਦੇ ਵਿੱਚ, ਜ਼ਿਹਨ ਦੇ ਵਿੱਚ ਜਿਹਦੇ ਵੀ ਮੋਦੀ ਸ਼ਬਦ ਸੁਣਦਾ ਤਾਂ ਉਹ ਪਹਿਲਾਂ ਇੱਥੇ ਗੁਰੂ ਨਾਨਕ ਸਾਹਿਬ ਦੇ ਮੋਦੀ ਦੀ ਪੋਸਟ ਨਿਭਾਉਣ ਦਾ ਚਰਚਾ ਆਪਾਂ ਕਰ ਰਹੇ ਹਾਂ ਵੀ ਉਹਨਾਂ ਨੇ ਜਦੋਂ ਨਿਭਾਈ ਤਾਂ ਉਹ ਕੀ ਕੀਤਾ ਸੀ ਤੇ ਉਹ ਕੌਣ ਸੀਗੇ। ਇੱਥੇ ਇੱਕ ਗੱਲ ਹੋਰ ਕਹਿਣੀ ਬਣਦੀ ਹੈ, ਜਿਹੜਾ ਲੋਕਾਂ ਦੇ ਵਿੱਚ ਉਕਰਾਹੀ ਦਾ ਅੱਜ ਵੀ ਸਿਸਟਮ ਪੈ ਗਿਆ। ਵੇਖੋ, ਗੁਰੂ ਨਾਨਕ ਦੇ ਨਾਮ ਤੇ ਬੜਾ ਲੁੱਟਿਆ ਗਿਆ ਜੀ। ਗੁਰੂ ਨਾਨਕ ਦੇ ਨਾਮ ਤੇ ਸਾਡੇ ਅੱਜ ਤੱਕ ਲੰਗਰ ਲਾਉਣ ਦੀ ਪ੍ਰਥਾ, ਇਹ ਲਾਉਣ ਦੀ, ਇਹ ਸਾਰਾ ਸਿਲਸਿਲਾ ਸਾਨੂੰ ਬਹੁਤ ਜ਼ਿਆਦਾ ਮਤਲਬ ਪਿਛੋਕੜ ਵੱਲ ਨੂੰ ਧੱਕ ਰਿਹਾ। ਕਿਤੇ ਨਾ ਕਿਤੇ ਅਸੀਂ ਇਹ ਕਹਿੰਦੇ ਆ ਵੀ ਲੰਗਰ ਤੇ ਜਿਹੜਾ ਸਾਡੇ ਕੋਲੇ ਸੇਵਾ, ਜਿਹੜੀ ਪੰਗਤ ਤੇ ਸੰਗਤ, ਇਹ ਦੋ ਸਿਲਸਿਲੇ ਸਾਡੇ ਕੋਲੇ ਬੜੇ ਖਾਸ ਨੇ। ਜਿਹੜਾ ਖਾਣਾ ਖਵਾਉਣ ਦਾ ਸਿਲਸਿਲਾ ਹੈ ਜੀ, ਇਹਦੇ ਬਾਰੇ ਤੁਸੀਂ ਕਿਰਪਾ ਕਰਕੇ ਇੱਥੇ ਇੱਕ ਜ਼ਰੂਰ ਟੂਕ ਦੇ ਦਿਓ ਕਿ ਇਹ ਜਦੋਂ 20 ਰੁਪਏ ਦਿੱਤੇ, ਹੁਣ ਮੈਂ ਤਾਂ ਕਈ ਵਾਰੀ ਸੋਚਦਾ ਹੁੰਦਾ ਕਿ ਗੁਰੂ ਪਾਤਸ਼ਾਹ ਵੇਲੇ 20 ਰੁਪਏ ਹੋਣਗੇ ਕਿ ਉਦੋਂ ਰਜਤਪਨ ਦਾ ਸਿਸਟਮ ਹੈ, ਕਿਉਂਕਿ ਉਦੋਂ ਮੋਹਰਾਂ ਦਾ ਚੱਲਣਾ ਹੋਏਗਾ। ਕੋਈ ਪੈਸੇ ਰੁਪਈਏ ਤਾਂ ਬਾਅਦ ਵਿੱਚ ਆ ਰਹੇ ਆ ਕਾਫੀ ਸਮੇਂ। ਆਨਿਆਂ ਦੀ ਗੱਲ ਹਲੇ ਤਾਂ ਅਸੀਂ ਆਪਣੇ ਬਜ਼ੁਰਗਾਂ ਕੋਲੋਂ ਸੁਣਦੇ ਰਹੇ ਹਾਂ, ਪਿਛਲੀ ਮਤਲਬ ਸਾਡੀ ਜਨਰੇਸ਼ਨ ਦੀਆਂ ਗੱਲਾਂ ਨੇ, ਤੇ ਉਹ ਵੀ ਪੈਸੇ ਮਤਲਬ ਹੋਰ ਰੂਪ ਦੇ ਵਿੱਚ ਗਿਣਤੀ ਮਿਣਤੀ ਹੋ ਰਹੀ ਆ। ਪਰ ਉੱਥੇ ਸਿੱਧਾ 20 ਰੁਪਈਏ ਤੇ 20 ਰੁਪਈਏ ਦੀ ਜਦੋਂ ਆਪਾਂ ਗੱਲ ਵੀ ਕਰਾਂਗੇ ਤਾਂ ਕਿੱਥੇ ਪਹੁੰਚਦੀ ਹੈ ਰਕਮ। ਤੇ ਉਹ 10-12 ਜੇ ਸਾਧੂਆਂ ਤੇ ਇਕੱਠੇ ਵੀ ਹੋਏ ਤਾਂ ਉਹਨਾਂ ਨੂੰ ਲੁਟਾਉਣਾ, ਉਹਨਾਂ ਦਾ ਨਾਮ, ਉਹਨਾਂ ਦੇ ਹੈਡ ਦਾ ਨਾਮ ਸੰਤਰੇਨ ਦੱਸਿਆ ਗਿਆ, ਗੱਲਬਾਤ ਕੀਤੀ ਆ ਕਿ ਰੋਟੀ ਖਵਾਏ। ਇਹਦੇ ਬਾਰੇ ਵੀ ਥੋੜਾ ਜਿਹਾ ਕਿਰਪਾ ਕਰਕੇ ਨਾਲ ਇੱਕ ਲਾਈਨ ਟੂਕਾਂ ਕੁਛ ਦੇ ਦਿਓ ਜੀ, ਤਾਂ ਕਿ ਸਰੋਤਿਆਂ ਨੂੰ ਪਤਾ ਲੱਗ ਸਕੇ। ਹਾਂਜੀ, ਇੱਕ ਪਾਸੇ ਤਾਂ ਅਸੀਂ ਸਾਰੇ ਗੁਰੂ ਨਾਨਕ ਸਾਹਿਬ ਦੀ ਲੰਮੀ ਬਾਣੀ, ਜਿਹਦੀਆਂ 73 ਪੌੜੀਆਂ ਨੇ, ਸਿੱਧ ਗੋਸ਼ਟ ਹੈ, ਉਹ ਜੋਗੀ ਜਿਹੜੇ ਪਹਾੜਾਂ 'ਚ, ਖੁੰਦਰਾਂ 'ਚ, ਗੁਫਾਵਾਂ 'ਚ ਲੁਕੇ ਬੈਠੇ ਸੀ, ਘਰ ਘਾਟ, ਬਾਲ ਬੱਚੇ ਤੇ ਮਾਤਾ ਪਿਤਾ, ਔਰਤਾਂ ਸਭ ਨੂੰ ਤਿਆਗ ਚੁੱਕੇ ਸੀ। ਦੇਸ਼ ਗੁਲਾਮ ਹੋ ਰਿਹਾ ਹੈ, ਲੁੱਟਿਆ ਜਾ ਰਿਹਾ ਹੈ, ਕਤਲੋ ਗਾਰਤ ਹੋ ਰਹੀ ਹੈ, ਹੋਰ ਅਨੇਕ ਮੁਸੀਬਤਾਂ ਦੇਸ਼ ਵਾਸੀ ਲੋਕਾਂ ਤੇ ਆਈਆਂ ਹੋਈਆਂ ਨੇ। ਉਹਨਾਂ ਤੋਂ ਬਿਲਕੁਲ ਪਾਸੇ ਹੋ ਕੇ ਉਹ ਆਪਣਾ, ਜਿਹਨੂੰ ਭਗਤੀ ਕਹਿੰਦੇ ਸੀ, ਉਹ ਰਾਮ ਨਾਮ ਜਪ ਰਹੇ ਸੀ ਉੱਥੇ ਬੈਠੇ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਪਹਾੜਾਂ 'ਚ ਖੁਦ ਜਾ ਕੇ ਲਾਹਣਤਾਂ ਪਾਈਆਂ, ਫਟਕਾਰਾਂ ਪਾਈਆਂ ਕਿ ਤੁਸੀਂ ਤਾਂ ਆਪਣੇ ਆਪ ਨੂੰ ਸਾਧੂ ਭਗਤ ਮਹਾਤਮਾ ਖਵਾ ਰਹੇ ਹੋ, ਜਾ ਕੇ ਵੇਖ ਤਾਂ ਲਓ ਕਿ ਤੁਹਾਡੇ ਦੇਸ਼ ਦੀ ਹਾਲਤ ਕੀ ਹੋ ਰਹੀ ਹੈ। ਤੇ ਇਹੋ ਜਿਹੇ ਲੋਕਾਂ ਬਾਰੇ ਜਿਹੜੀਆਂ ਰੋਜ਼ਾਨਾ ਦੀਆਂ ਜ਼ਿੰਦਗੀ 'ਚ ਸਾਡੇ ਪੰਕਤੀਆਂ ਯਾਦ ਹੋਣੀਆਂ ਚਾਹੀਦੀਆਂ ਨੇ, ਉਹ ਹੈ ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਭਾਵ ਗੁਰੂ ਨਾਨਕ ਸਾਹਿਬ ਇੱਥੇ ਕਹਿ ਰਹੇ ਨੇ, ਤੁਸੀਂ ਗਿਆਨ ਤੋਂ ਸਖਣੇ ਲੋਕ ਤਰ੍ਹਾਂ ਤਰ੍ਹਾਂ ਦੇ ਭਗਤੀ ਦੇ ਭਜਨ ਬੰਦਗੀ ਗੀਤ ਗਾਉਨੇ ਹੋ ਤੇ ਘਰੇ ਮਸੀਤਾਂ, ਧਰਮ ਮੰਦਰ ਆਦਿਕ ਬਣਾ ਕੇ ਬਹਿ ਜਾਂਦੇ ਹੋ ਤਾਂ ਕਿ 2 ਪੈਸੇ ਆਮਦਨ ਹੋ ਜਾਵੇ, ਕੰਮ ਕੋਈ ਨਾ ਕਰਨਾ ਪਵੇ। ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕਾ ਕੰਨ ਪੜਾਏ, ਤੁਸੀਂ ਵਿਹਲੜ ਲੋਕ ਕੰਮ ਤੋਂ ਭਗੌੜੇ ਹੋ ਕੇ ਕੰਨ ਪੜਾ ਕੇ ਮੁੰਦਰਾਂ ਪਾ ਕੇ ਚੱਲ ਪੈਨੇ ਹੋ ਮੰਗਣ ਵਾਸਤੇ। ਮਖੱਟੂ ਹੋ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ, ਕਹਿੰਦੇ ਜੀ ਅਸੀਂ ਤਾਂ ਫੱਕਰ ਹੁੰਨੇ ਆ, ਅਸੀਂ ਕੋਈ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਹੁੰਦੇ। ਗੁਰ ਪੀਰ ਸਦਾਏ ਮੰਗਣ ਜਾਏ, ਕੋਈ ਗੁਰੂ ਅਖਵਾਉਂਦਾ, ਪੀਰ ਅਖਵਾਉਂਦਾ, ਸਾਧੂ ਅਖਵਾਉਂਦਾ, ਜੋਗੀ ਅਖਵਾਉਂਦਾ। ਤਰਕਾਰ ਹੈ ਤੁਹਾਨੂੰ ਸਾਧੂ ਪੀਰ ਜੋਗੀ ਅਖਵਾਉਣ ਤੋਂ, ਤੁਸੀਂ ਤਾਂ ਮੰਗਤੇ ਹੋ, ਭਿਖਾਰੀ ਹੋ, ਲਾਹਣਤ ਹੈ ਤੁਹਾਨੂੰ, ਤੁਸੀਂ ਤਾਂ ਮੰਗਦੇ ਫਿਰਦੇ ਹੋ, ਮੰਗਤੇ ਹੋ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਘਾਲ ਖਾਏ ਕਿਛ ਹੱਥੋਂ ਦੇ,
ਨਾਨਕ ਰਾਹ ਪਛਾਣੈ ਸੇ। ਤੁਸੀਂ ਆਪਣੀ ਮਿਹਨਤ ਕਰੋ, ਕਮਾਈ ਕਰੋ। ਜੇ ਕੋਈ ਲੋੜਵੰਦ ਕਿਸੇ ਮੁਸੀਬਤ 'ਚ ਫਸਿਆ ਹੋਇਆ, ਸਗੋਂ ਤੁਸੀਂ ਉਹਦੀ ਮਦਦ ਕਰੋ, ਨਾ ਕਿ ਤੁਸੀਂ ਚੰਗੇ ਭਲੇ ਆਪ ਹੋ ਤੇ ਲੋਕਾਂ ਤੋਂ ਲੁੱਟ ਕੇ ਖਾਓ। ਇਹ ਮੈਨੂੰ ਕਿਸੇ ਤਰੀਕੇ ਪ੍ਰਵਾਨ ਨਹੀਂ ਹੈ। ਤੇ ਗੁਰੂ ਨਾਨਕ ਸਾਹਿਬ ਆਪਣੇ 20 ਰੁਪਈਏ ਇਹੋ ਜਿਹੇ ਭੁੱਖੜ ਸਾਧੂਆਂ ਨੂੰ ਕਿਵੇਂ ਛਕਾ ਸਕਦੇ ਨੇ ਤੇ ਕਿਵੇਂ ਉਹਨਾਂ ਨੂੰ ਇਹੋ ਜਿਹੇ ਰਾਹ ਤੇ ਤੁਰਨ ਵਾਸਤੇ ਉਹ ਰਾਹ ਪੱਧਰਾ ਕਰ ਸਕਦੇ ਨੇ। ਤੇ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਢੰਗ ਨਾਲ ਤੋੜ ਕੇ ਮਰੋੜ ਕੇ ਸਾਧਾਂ ਨੂੰ, ਆਮ ਲੋਕਾਂ ਨੂੰ ਲੰਗਰ ਚਲਾ ਰਹੇ ਹਾਂ, ਸੇਵਾ ਕਰ ਰਹੇ ਹਾਂ। ਜਾਣਾ ਹੁੰਦਾ ਆਨੰਦਪੁਰ ਨੂੰ, ਜਾਣਾ ਹੁੰਦਾ ਕਿਤੇ ਫਤਿਹਗੜ੍ਹ ਸਾਹਿਬ ਨੂੰ, ਰਸਤੇ ਦੇ ਵਿੱਚ ਇੰਨੇ ਲੰਗਰ ਹੁੰਦੇ ਨੇ ਤੇ ਬੰਦਾ ਜੇ ਕਿਤੇ ਕੋਲੇ ਡਰਮ ਰੱਖ ਲਵੇ, ਸ਼ਾਇਦ ਉਹਦਾ ਲੰਗਰ ਜੋਗੇ ਹਰ ਥਾਂ ਤੋਂ ਥੋੜਾ ਥੋੜਾ ਭੋਜਨ ਲੈ ਕੇ ਤੇ ਮੁੜਨ ਵੇਲੇ ਤੱਕ ਡਰਮ ਭਰ ਜਾਵੇ। ਉਹਦਾ ਇੰਨਾ ਵਾਧੂ ਲੰਗਰ ਬਣਾਈ ਬੈਠੇ ਹੁੰਦੇ ਨੇ, ਜਿਹੜਾ ਕਿ ਪੈਸੇ ਦੀ ਬਰਬਾਦੀ ਹੈ, ਆਪਣੀ ਤਾਕਤ ਦੀ, ਸਮੇਂ ਦੀ ਬਰਬਾਦੀ ਹੈ। ਲੰਗਰ ਚਾਹੀਦਾ ਸੀ ਅਕਲ ਦਾ, ਗਿਆਨ ਦਾ। ਅੱਗੇ ਪੈਦਲ ਲੋਕੀ ਜਾਂਦੇ ਸੀ ਤੇ ਉਹਨਾਂ ਨੂੰ ਰਸਤੇ ਵਿੱਚ ਲੰਗਰ ਦੀ ਕਿਤੇ ਲੋੜ ਪੈਂਦੀ ਸੀ। ਅੱਜ ਤਾਂ ਗੱਡੀਆਂ ਮੋਟਰਾਂ ਤੇ ਅਸੀਂ 2 ਘੰਟਿਆਂ 'ਚ 4 ਘੰਟਿਆਂ 'ਚ ਪਹੁੰਚ ਜਾਂਦੇ ਆ ਤੇ ਸ਼ਾਮ ਨੂੰ ਘਰ ਮੁੜ ਕੇ ਆ ਜਾਂਦੇ ਆ। ਅੱਜ ਉਹਨਾਂ ਤਰੀਕਿਆਂ ਦੀ ਲੋੜ ਨਹੀਂ। ਹਾਲਾਤ ਨਾਲ, ਸਮੇਂ ਨਾਲ ਆਪਣੇ ਆਪ ਨੂੰ ਬਦਲੀਏ। ਗੁਰੂ ਦੀ ਸਿੱਖਿਆ, ਗਿਆਨ ਘਰ ਘਰ ਪਹੁੰਚਾਈਏ। ਲੰਗਰ ਤਾਂ ਆਪਾਂ ਚਲਾ ਕੇ ਖੱਟੀ ਕੋਈ ਨਹੀਂ ਖੱਟੀ ਅੱਜ ਤੱਕ। ਪੈਸਾ ਬਰਬਾਦ ਬਹੁਤ ਕਰ ਲਿਆ, ਆਪਣੀ ਮਿਹਨਤ ਬਰਬਾਦ ਕਰ ਲਈ, ਕੇਵਲ ਲੰਗਰ ਤੱਕ ਸੀਮਤ ਹੋ ਕੇ ਰਹਿ ਗਏ। ਗੁਰੂ ਦਾ ਗਿਆਨ ਸਾਡੇ ਪੱਲੇ ਨਹੀਂ ਆਇਆ। ਜੀ ਬਿਲਕੁਲ ਠੀਕ ਹੈ ਜੀ। ਇਹ ਸਰੋਤੇ ਜ਼ਰੂਰ ਖਿਆਲ ਰੱਖਣ। ਲੰਗਰ ਸੇਵਾ ਹੈ ਕਿ ਸਾਡੀ ਲੁੱਟ ਖਸੁੱਟ ਹੋ ਰਹੀ ਹੈ ਲੰਗਰ ਦੇ ਨਾਮ ਤੇ। ਘਰਾਂ ਵਿੱਚ ਸਿੱਟੇ ਜਾਂਦੇ ਬੋਰੇ ਵੱਡੇ ਵੱਡੇ ਕਿ ਭਰ ਦਿਓ ਕਣਕ ਦੇ, ਭਰ ਦਿਓ ਝੋਨੇ ਦੇ। ਇਹ ਜਿਹੜੇ ਲੋਕ ਨੇ, ਆਮ ਜਿਹੜੇ ਛੋਟੇ ਕਿਸਾਨ ਨੇ, ਕੋਈ 2 ਏਕੜ ਵਾਲਾ, ਕੋਈ 4 ਏਕੜ ਵਾਲਾ, ਉਹਦੇ ਨਾਲੋਂ ਵੀ ਚੌਗਣੀ 100 ਕਿੱਲਿਆਂ ਦੇ ਬਰਾਬਰ ਦੀ ਫਸਲ ਵੇਚ ਲੈਂਦੇ ਆ। ਇਹਨਾਂ ਦਾ ਇੱਕ ਬਣਾਇਆ ਹੋਇਆ ਬੜਾ ਵੱਡਾ ਧੰਦਾ ਹੈ ਔਰ ਇਹ ਕਿਤੇ ਨਾ ਕਿਤੇ ਕਾਰ ਸੇਵਾ ਦੇ ਨਾਮ ਤੇ ਵੀ ਇਦਾਂ ਦੀਆਂ ਚੀਜ਼ਾਂ ਸਾਡੇ ਸਿਰ ਮੜੀਆਂ ਜਾਂਦੀਆਂ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਆਪਾਂ ਜਿਵੇਂ ਗੱਲ ਕਰਦੇ ਹੁੰਨੇ ਕੁਲਬੀਰ ਸਿੰਘ ਕੌੜਾ ਜੀ ਦੀ, ਜਿਨ੍ਹਾਂ ਦੀ ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ, ਉਹਦੇ ਵਿੱਚੋਂ ਮਕਰਾਣੇ ਦੇ ਪੱਥਰ ਇਹ ਸਾਰੇ ਕਿੱਥੋਂ ਕਿਵੇਂ ਲਾਉਂਦੇ ਆ, ਕਿਵੇਂ ਧੰਦਾ ਕਰਦੇ, ਦੈਟਸ ਅ ਟੋਟਲੀ ਬਿਜ਼ਨਸ। ਔਰ ਇਹਨੂੰ ਜ਼ਰੂਰ ਖਿਆਲ ਵਿੱਚ ਰੱਖਣ। ਅਗਲੀ ਗੱਲ ਹੈ ਜੀ, ਇੱਥੇ ਜਿਵੇਂ ਆਪਾਂ ਗੱਲ ਕੀਤੀ ਹੈ ਲੰਗਰ ਦੀ, ਪਾਣੀ ਦੀ ਔਰ ਦੂਸਰੀਆਂ ਹੋਰ ਸੇਵਾਵਾਂ ਦੀ। ਹੁਣ ਅਗਲਾ ਫਿਕਰ ਹੁੰਦਾ ਜੀ ਜਦੋਂ ਬੰਦਾ ਕੋਈ ਜੌਬ ਲੱਗ ਜਾਂਦਾ, ਕੰਮ ਕਰਦਾ। ਭਾਈਆ ਜੈ ਰਾਮ ਜੀ ਕੋਲੇ ਉਹਨਾਂ ਨੇ ਨੌਕਰੀ ਵੀ ਕਰ ਲਈ ਤੇ ਉਹਨਾਂ ਦੇ ਵਿਆਹ ਦਾ ਚਰਚਾ, ਗੁਰੂ ਪਾਤਸ਼ਾਹ ਦਾ ਜਿਹੜਾ ਵਿਆਹ ਹੈ ਉਹਦੇ ਬਾਰੇ ਬਹੁਤ ਸਾਰੇ ਸਵਾਲ ਅਕਸਰ ਲੋਕ ਸਾਨੂੰ ਵੀ ਜੀ, ਜਦੋਂ ਅਸੀਂ ਕਿਤੇ ਪ੍ਰੋਗਰਾਮ ਦੇ ਲਈ ਪਹੁੰਚਦੇ ਹਾਂ, ਕਿਤੇ ਗੱਲਬਾਤ ਦੇ ਲਈ ਪਹੁੰਚਦੇ ਹਾਂ, ਉੱਥੇ ਵੀ ਸਾਨੂੰ ਪੁੱਛਿਆ ਜਾਂਦਾ ਵੀ ਗੁਰੂ ਨਾਨਕ ਪਾਤਸ਼ਾਹ ਦਾ ਵਿਆਹ ਕਿਵੇਂ ਹੋਇਆ ਔਰ ਉਦੋਂ ਕਿਹੋ ਜਿਹੀਆਂ ਰਸਮਾਂ ਹੋਈਆਂ। ਤੇ ਜਿਹੜੇ ਸਾਡੇ ਸਾਖੀਕਾਰ ਨੇ, ਜਿਹੜੇ ਕਰਤਾ ਨੇ, ਜਿਨ੍ਹਾਂ ਨੇ ਇਹ ਪਾਲੇ ਵਾਲੀ ਜਨਮ ਸਾਖੀ ਜਾਂ ਸੂਰਜ ਪ੍ਰਕਾਸ਼ ਵਰਗੀਆਂ ਜਿਹੜੀਆਂ ਗੱਪ ਕਹਾਣੀਆਂ ਦਾ, ਜਿਨ੍ਹਾਂ ਦਾ ਕੋਈ ਮਤਲਬ ਸਿਰ ਤੋੜ ਹੀ ਨਹੀਂ ਹੈ, ਜਿਨ੍ਹਾਂ ਦੇ ਲਈ ਸ਼ਬਦ ਥੋੜੇ ਪੈ ਜਾਂਦੇ ਆ, ਉਹਨਾਂ ਦੇ ਵਿੱਚ ਲਿਖਿਆ ਗਿਆ ਕਿ ਨਾਚ ਗਾਣੇ ਹੋਏ, ਨਫੀਰੀਆਂ ਵੱਜੀਆਂ, ਵੱਡੇ ਵੱਡੇ, ਮਤਲਬ ਬਹੁਤ ਸਾਰੇ ਝੂਠ ਜਿਹੜੇ ਨਾਲ ਜੁੜ ਜਾਂਦੇ ਆ। ਮੇਰਾ ਇੱਥੇ ਅੱਜ ਦੇ ਅਕੋਰਡਿੰਗਲੀ ਸਵਾਲ ਹੋਏਗਾ ਕਿ ਕੀ ਇਹ ਸਾਰਾ ਕੁਝ ਸੱਚ ਹੈ? ਜੇ ਦੂਸਰੀ ਗੱਲ ਹੈ, ਉਹਨਾਂ ਦਾ ਵਿਆਹ ਦਾ ਸਵਾਲ ਕੀਤਾ ਜਾਂਦਾ ਕਿਵੇਂ ਹੋਇਆ ਸੀ, ਰੀਤੀ ਕਿਹੜੀ ਸੀ? ਕਿਉਂਕਿ ਆਨੰਦ ਕਾਰਜ ਦੀ ਰਵਾਇਤ ਤਾਂ ਕਿਤੇ ਗੁਰੂ ਗੋਬਿੰਦ ਸਿੰਘ ਦੇ ਬਾਅਦ ਚ ਰਛਪਾਲ ਸਿੰਘ ਗਿੱਲ ਆਪਣੇ ਕੋਸ਼ ਵਿੱਚ ਲਿਖਦਾ ਹੈ, ਹੋਰ ਤਰੀਕੇ ਨਾਲ ਲਿਖਦਾ ਹੈ। ਡਾਕਟਰ ਰਤਨ ਸਿੰਘ ਜੱਗੀ ਹੋਰ ਤਰੀਕੇ ਨਾਲ ਲਿਖਦੇ ਆ। ਆਪ ਜੀ ਇਹਦੇ ਬਾਰੇ ਵੀ ਜ਼ਰੂਰ ਚਰਚਾ ਕਰਿਓ ਕਿ ਉਹਨਾਂ ਦਾ ਵਿਆਹ ਕਿਵੇਂ ਹੋਇਆ। ਦੂਸਰੀ ਗੱਲ ਕਿ ਉਹਦੇ ਵਿੱਚ ਜਿਹੜਾ ਨਾਚ ਗਾਣੇ ਦੇ ਚਰਚੇ ਜਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਊਟ ਪਟਾਂਗ ਹੋਇਆ, ਉਹ ਉਹਨਾਂ ਨੂੰ ਕੀ ਗੁਰੂ ਪਾਤਸ਼ਾਹ ਨੇ ਰੋਕ ਦਿੱਤਾ ਵੀ ਏਦਾਂ ਨਾ ਕਰੋ? ਇਹ ਸਾਰੇ ਸਿਲਸਿਲੇ ਬਾਰੇ ਤੁਹਾਡਾ ਕੀ ਕਹਿਣਾ ਜੀ? ਕਿਰਪਾ ਕਰਿਓ ਜਰਾ। ਅਸੀਂ ਗੁਰੂ ਸਾਹਿਬ ਨੂੰ 8-9 ਸਾਲ ਦੀ ਉਮਰ ਦੇ ਵਿੱਚ ਬਾਗੀ ਤਬੀਅਤ ਦਾ ਪੇਸ਼ ਕਰਨ ਵਾਸਤੇ ਉਹਨਾਂ ਬਾਰੇ ਇਹ ਪ੍ਰਚਾਰਦੇ ਹਾਂ ਸਟੇਜਾਂ ਦੇ ਉੱਤੇ ਕਿ ਉਹਨਾਂ ਨੇ ਭਰੇ ਇਕੱਠ ਦੇ ਵਿੱਚ ਜੰਜੂ ਪਾਉਣ ਤੋਂ ਇਨਕਾਰ ਕਰ ਦਿੱਤਾ। ਭਾਵੇਂ ਕਿ ਜਿਹੜਾ ਕਿ ਪਰਿਵਾਰ ਦਾ ਗੁਰੂ ਬਣਿਆ ਹੋਇਆ ਸੀ ਪੰਡਤ, ਉਹਦਾ ਵੀ ਅਪਮਾਨ ਹੋਇਆ, ਮਾਤਾ ਪਿਤਾ ਨੇ ਵੀ ਬੁਰਾ ਮਨਾਇਆ। ਕਹਾਣੀ ਦੇ ਮੁਤਾਬਕ ਜਿਹੜੇ ਕਿੰਨੇ ਸਾਰੇ ਰਿਸ਼ਤੇਦਾਰ, ਸ਼ਰੀਕਾ, ਕਬੀਲਾ ਇਕੱਠੇ ਹੋਏ ਸੀ, ਬਹੁਤ ਸਾਰਾ ਪੈਸਾ ਲੱਗਿਆ ਸੀ, ਉਹ ਸਾਰੇ ਦੀ ਪਰਵਾਹ ਨਾ ਕਰਦਿਆਂ ਛੋਟੀ ਉਮਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਬਗਾਵਤ ਕਰ ਦਿੱਤੀ ਕਿ ਮੈਂ ਬ੍ਰਾਹਮਣ ਨੂੰ ਆਪਣਾ ਗੁਰੂ ਧਾਰਨ ਨਹੀਂ ਕਰਾਂਗਾ ਤੇ ਜੰਜੂ ਮੈਂ ਨਹੀਂ ਪਹਿਨਾਂਗਾ। ਤੇ ਉਹ ਸਾਰੇ ਸ਼ਬਦ ਆਪਾਂ ਪੜ੍ਹ ਕੇ ਸੁਣਾ ਦਿੰਨੇ ਆ। ਫਿਰ ਹੋਰ ਪੜ੍ਹਨ ਵੇਲੇ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ
ਪੰਦੇ ਨੂੰ ਪੜ੍ਹਾਉਂਦੇ ਨੇ, ਉਹਦੀ ਪਰਵਾਹ ਨਹੀਂ ਕਰਦੇ, ਜਿਵੇਂ ਕਿ ਕਹਾਣੀਆਂ ਪ੍ਰਚਲਿਤ ਨੇ। ਇਸੇ ਤਰ੍ਹਾਂ ਵੈਦ ਨੂੰ ਵੀ ਕਹਿ ਦਿੰਦੇ ਨੇ ਕਿ ਜਦੋਂ ਵੈਦ ਇਲਾਜ ਕਰਨ ਆਉਂਦਾ ਗੁਰੂ ਨਾਨਕ ਸਾਹਿਬ ਦਾ, ਉਹਨੂੰ ਵੀ ਕਹਿ ਦਿੰਦੇ ਨੇ ਕਿ ਤੂੰ ਤਾਂ ਆਪ ਬਿਮਾਰ ਹੈ, ਮੇਰਾ ਕੀ ਇਲਾਜ ਕਰੇਗਾ, ਇੱਥੇ ਮਸਲਾ ਹੋਰ ਹੈ, ਮੈਨੂੰ ਸਰੀਰਕ ਬਿਮਾਰੀ ਨਹੀਂ ਹੀ, ਮੈਂ ਕਿਸੇ ਹੋਰ ਸੋਚਾਂ 'ਚ ਪਿਆ ਹੋਇਆ, ਤੇ ਤੂੰ ਵੀ ਸੋਚ ਕੇ ਵੇਖ, ਤੈਨੂੰ ਵੀ ਪਤਾ ਲੱਗ ਜਾਊਗਾ। ਉੱਥੇ ਵੀ ਬਗਾਵਤ ਕਰਦੇ ਨੇ। ਗੱਲ ਕੀ, ਗੁਰੂ ਨਾਨਕ ਸਾਹਿਬ ਬਾਕੀਆਂ ਥਾਵਾਂ ਤੇ ਤਾਂ ਬਗਾਵਤ ਕਰਦੇ ਨੇ, ਪਰ ਇੱਥੇ ਵਿਆਹ ਦੇ ਸਮੇਂ ਤੇ ਉਹਨਾਂ ਨੂੰ ਕਿਤੇ ਬਗਾਵਤ ਕਰਦੇ ਵਿਖਾਇਆ ਨਹੀਂ ਜਾਂਦਾ। ਤੇ ਜਿਵੇਂ ਕਿਤੇ ਸੂਰਜ ਪ੍ਰਕਾਸ਼ ਤੇ ਕਿਤੇ ਚਾਰੇ ਜਨਮ ਸਾਖੀਆਂ, ਥੋੜੇ ਥੋੜੇ ਫਰਕ ਨਾਲ ਸਾਰਾ ਉਹ ਕੁਝ ਕਰਦੇ ਨੇ ਜਿਹੜਾ ਉਹਨਾਂ ਸਮਿਆਂ 'ਚ ਲੋਕਾਂ ਦੇ ਵਿੱਚ ਪ੍ਰਚਲਿਤ ਸੀ, ਉਹ ਸਾਰਾ ਗੁਰੂ ਨਾਨਕ ਸਾਹਿਬ ਨਾਲ ਵੀ ਜੋੜਿਆ। ਉਹਨਾਂ ਨੂੰ ਮਟਣਾ ਵੀ ਮਲਿਆ ਗਿਆ, ਉਹਨਾਂ ਨੂੰ ਸਿੱਠਣੀਆਂ ਵੀ ਦਿੱਤੀਆਂ ਗਈਆਂ, ਤੇ ਉਹਨਾਂ ਨੂੰ ਦੇ ਸਵਾਗਤ ਵਾਸਤੇ ਰਾਹ ਦੇ ਵਿੱਚ ਤੇਲ ਵੀ ਡੋਲਿਆ ਗਿਆ, ਤੇ ਇਸ ਤਰ੍ਹਾਂ ਫਿਰ ਰੰਡੀਆਂ ਦੇ ਨਾਚ ਵੀ ਹੋਏ, ਤੇ ਕਈ ਤਰ੍ਹਾਂ ਦੀਆਂ ਉੱਥੇ ਜਿਹੜੀਆਂ ਉੱਤੋਂ ਦੀ ਪੈਸੇ ਸੁੱਟੇ ਗਏ। ਇਹ ਬਹੁਤ ਕੁਝ ਉਹ ਸਾਰੀਆਂ ਚੀਜ਼ਾਂ ਲਿਖਾਰੀਆਂ ਨੇ ਪਾ ਦਿੱਤੀਆਂ ਜਿਹੜੀਆਂ ਉਹਨਾਂ ਨੇ ਆਪਣੇ ਆਲੇ ਦੁਆਲੇ ਅਮੀਰ ਲੋਕਾਂ ਦੇ ਘਰਾਂ 'ਚ ਹੁੰਦੀਆਂ ਵੇਖੀਆਂ ਜਾਂ ਸੁਣੀਆਂ ਸੀ। ਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਰਸਤੇ ਦੇ ਵਿੱਚ ਠੂਠੀਆਂ ਰੱਖੀਆਂ, ਉਹ ਠੂਠੀਆਂ ਤੇ ਪੈਰ ਰੱਖ ਕੇ ਠੂਠੀਆਂ ਭੰਨ ਕੇ ਅੱਗੇ ਵਧੇ। ਤੇ ਨਾਲ ਇਹ ਵੀ ਕਹਾਣੀ ਜੋੜ ਦਿੱਤੀ ਕਿ ਘਰ ਦੇ ਉਹਨਾਂ ਤੋਂ ਨਾਰਾਜ਼ ਸੀ, ਤੇ ਕਿਉਂਕਿ ਉਹ ਕੋ ਮਖੱਟੂ ਕਿਸਮ ਦੇ ਸੀ, ਤੇ ਉਹਨਾਂ ਨੂੰ ਕਿਸੇ ਨੇ ਸੋਚਿਆ ਕੋਈ ਬ੍ਰਾਹਮਣ ਬਾਰੇ ਲਾਉਂਦਾ ਇਹ ਇਤਰਾਜ਼, ਕੋਈ ਘਰਦਿਆਂ ਨਾਲ ਲਾਉਂਦਾ ਇਤਰਾਜ਼, ਕਿ ਉਹਨਾਂ ਨੂੰ ਇੱਕ ਅਜਿਹੀ ਕੰਧ ਕੋਲੇ ਬਿਠਾ ਦਿੱਤਾ ਕਿ ਆਪਾਂ ਇਹਨੂੰ ਕੰਧ ਦੇ ਥੱਲੇ ਦੱਬ ਕੇ ਮਾਰ ਹੀ ਕਿਉਂ ਨਾ ਦਈਏ, ਇਹ ਤਾਂ ਹਰ ਵਕਤ ਗਲਤ ਕੰਮ ਕਰਦਾ ਹੈ। ਉਹਨਾਂ ਤੇ ਕੰਧ ਡੇਗਣ ਦਾ ਯਤਨ ਕੀਤਾ, ਪਰ ਉਹ ਕੰਧ ਕਹਿੰਦੇ ਡਿੱਗੀ ਨਹੀਂ ਹੈਗੀ, ਉਹ ਅਜੇ ਤੱਕ ਉਹ ਟੇਢੀ ਦੀ ਟੇਢੀ ਖੜੀ ਹੈ। ਤੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉਹ ਕੰਧ ਨੂੰ ਸ਼ੀਸ਼ੇ 'ਚ ਬਣਾ ਕੇ ਆਪਣੀ ਵੱਲੋਂ ਯਾਦਗਾਰ ਦੇ ਤੌਰ ਤੇ ਰੱਖ ਲਿਆ। ਇਹੋ ਜਿਹਾ ਬਹੁਤ ਕੁਝ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਜੋੜ ਦਿੱਤਾ ਗਿਆ। ਪਰ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਉਹਨਾਂ ਦਾ ਉਪਦੇਸ਼, ਉਹਨਾਂ ਦੀ ਸਿੱਖਿਆ, ਉਹਨਾਂ ਦੀ ਗੁਰਬਾਣੀ, ਉਹਨਾਂ ਦਾ ਸਹੀ ਇਤਿਹਾਸ ਜਿਹੜਾ ਅੱਜ ਸਾਡੇ ਵਾਸਤੇ ਚਾਨਣ ਮੁਨਾਰਾ ਬਣੇ, ਅਗਵਾਈ ਦੇਵੇ, ਅਸੀਂ ਹਿੱਕ ਤਾਣ ਕੇ ਸਿਰ ਉੱਚਾ ਕਰਕੇ ਲੋਕਾਂ ਨੂੰ ਦੱਸ ਸਕੀਏ ਕਿ ਸਾਡੇ ਗੁਰੂ ਸਾਹਿਬ ਨੇ ਆਹ ਕੰਮ ਕੀਤੇ ਸੀ ਜਿਹੜੇ ਕਿ ਅੱਜ ਵੀ ਸਾਡੇ ਵਾਸਤੇ ਫਖਰਯੋਗ ਨੇ। ਉਹ ਗੱਲਾਂ ਸਾਨੂੰ ਅਖੌਤੀ ਇਤਿਹਾਸ 'ਚੋਂ, ਸੂਰਜ ਪ੍ਰਕਾਸ਼ 'ਚੋਂ ਜਾਂ ਜਨਮ ਸਾਖੀਆਂ 'ਚੋਂ ਨਹੀਂ ਮਿਲਦੀਆਂ। ਇਹਨਾਂ ਨੇ ਜਨਮ ਸਾਖੀਆਂ ਵਾਲਿਆਂ ਨੇ ਤੇ ਉਹ ਸ਼ਬਦ ਆਪਣੀ ਮਰਜ਼ੀ ਨਾਲ ਚੁਣ ਲਏ ਗੁਰਬਾਣੀ 'ਚੋਂ ਜਿਹੜੇ ਕਿ ਲੱਗਦਾ ਸੀ ਉਹਨਾਂ ਨੂੰ ਵੀ ਇੱਥੇ ਫਿੱਟ ਆਉਂਦੇ ਨੇ, ਪਰ ਉਹਨਾਂ ਦੇ ਅਰਥ ਉਹਨਾਂ ਨੇ ਆਪਣੀ ਮਰਜ਼ੀ ਨਾਲ ਵਿੰਗੇ ਟੇਢੇ ਢੰਗ ਨਾਲ ਕਰ ਦਿੱਤੇ ਤੇ ਗੁਰੂ ਸਾਹਿਬ ਨਾਲ ਉਹ ਕਹਾਣੀਆਂ ਜੋੜ ਦਿੱਤੀਆਂ। ਸ਼ਬਦ ਕੁਝ ਹੋਰ ਕਹਿੰਦਾ, ਉਹਦੀ ਇੱਕ ਅੱਧੀ ਪੰਕਤੀ ਦੇ ਦਿੱਤੀ, ਪਰ ਕਹਾਣੀ ਉੱਥੇ ਹੋਰ ਜੋੜ ਦਿੱਤੀ ਗਈ। ਤੇ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜਦੋਂ ਹਰ ਥਾਂ ਤੇ ਬਗਾਵਤ ਕਰਦੇ ਨੇ ਤੇ ਸਿੱਧਾ ਰਾਹ ਲੋਕਾਂ ਨੂੰ ਦੱਸਣ ਵਾਸਤੇ ਉਪਰਾਲਾ ਕਰਦੇ ਨੇ, ਵਿਆਹ ਦੇ ਸਮੇਂ ਵੀ ਉਹਨਾਂ ਨੇ ਰਸਮਾਂ ਤੋਂ ਹਟ ਕੇ ਸਾਦਗੀ ਨਾਲ ਵਿਆਹ ਜ਼ਰੂਰ ਕੀਤਾ ਹੋਵੇਗਾ। ਭਾਵੇਂ ਲਿਖਤੀ ਰੂਪ ਵਿੱਚ ਸਾਡੇ ਕੋਲੇ ਇਸ ਕਿਸਮ ਦੀ ਕੋਈ ਇਤਿਹਾਸਕ ਜਾਣਕਾਰੀ ਤਾਂ ਨਹੀਂ ਹੈ, ਪਰ ਉਹ ਇਸ ਅਡੰਬਰ ਨੂੰ, ਨਾਚ ਗਾਣੇ ਨੂੰ ਤੇ ਹੋਰ ਕਈ ਤਰ੍ਹਾਂ ਦੀਆਂ ਰਸਮਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਨੇ। ਬ੍ਰਾਹਮਣ ਦੀ ਜਿਹੜੀ ਵਿਚਾਰਧਾਰਾ ਲੁੱਟ ਹੈ ਵਿਆਹ ਦੇ ਸਮੇਂ, ਮਰਗਤ ਦੇ ਸਮੇਂ, ਉਹਨੂੰ ਵੀ ਪੂਰੀ ਤਰ੍ਹਾਂ ਰੱਦ ਕਰਦੇ ਨੇ। ਸਾਦਗੀ ਦੇ ਢੰਗ ਨਾਲ ਵਿਆਹ ਹੋਇਆ ਹੋਵੇਗਾ। ਤੇ ਜੇ ਅਸੀਂ ਇਹ ਚੀਜ਼ ਨੂੰ ਪ੍ਰਚਾਰਾਂਗੇ ਤਾਂ ਅਸੀਂ ਕੁਝ ਹੱਦ ਤੱਕ ਸਾਦੇ ਪਾਸੇ ਆਪ ਵਿਆਹਾਂ ਵੇਲੇ ਆਵਾਂਗੇ। ਨਹੀਂ ਤਾਂ ਜੇ ਗੁਰੂ ਸਾਹਿਬ ਇਸ ਤਰ੍ਹਾਂ ਦੇ ਬੇਅੰਤ ਖਰਚੀਲੇ ਵਿਆਹ ਕਰਦੇ ਨੇ, ਫਿਰ ਅਸੀਂ ਕਿਉਂ ਨਾ ਕਰੀਏ। ਇਸੇ ਪਾਸੇ ਤਾਂ ਆਪਾਂ ਤਾਂ ਹੀ ਤੁਰੇ ਹੋਏ ਹਾਂ ਕਿਉਂਕਿ ਸਾਨੂੰ ਸਾਖੀਆਂ ਇਹੋ ਜਿਹੀਆਂ ਹੀ ਸੁਣਾਈਆਂ ਜਾ ਰਹੀਆਂ ਨੇ। ਜੀ, ਇਹਦੇ ਵਿੱਚੋਂ ਜਿਹੜੀ ਗੱਲ ਵਿਆਹ ਦੀ ਹੈ ਜੀ, ਮਤਲਬ ਉਹਨਾਂ ਦਾ ਆਪਾਂ ਵਿਆਹ ਸਾਦੇ ਰੂਪ ਦੇ ਵਿੱਚ ਰੱਖੀਏ। ਕੁਝ ਚਰਚਾ ਕੀਤਾ ਜਾਂਦਾ ਵੀ ਉਹਨਾਂ ਨੇ ਕੱਲੀ ਜਿਹੜੇ ਅੱਗ ਦੇ ਦੁਆਲੇ ਇਹ ਵੇਦੀ ਕੱਢੀ ਜਾਂਦੀ ਸੀ, ਏਦਾਂ ਹੋਇਆ ਸੀ। ਦੂਸਰਾ ਕਿਤੇ ਕਿਹਾ ਜਾਂਦਾ ਨਹੀਂ, ਉਹਨਾਂ ਨੇ ਇੱਕ ਓੰਕਾਰ ਲਿਖ ਲਿਆ ਸੀ, ਫਿਰ ਦੁਆਲੇ ਜਿਹੜੇ ਫੇਰੇ ਲੈ ਲਏ ਸੀ। ਕਿਉਂਕਿ ਜਿਹੜਾ ਹੁਣ ਅੱਜ ਵੀ ਸਾਡੇ ਕਨਸੈਪਟ ਹੈਗਾ, ਕੰਸਰਨ ਹੈ ਸਾਡਾ ਸਿਧਾਂਤ ਨਾਲ ਜੁੜਨ ਦਾ ਆ, ਸਿੱਖਣ ਦਾ ਕੁਝ। ਤੇ ਜਿਹੜਾ ਨਿਰੰਕਾਰੀ ਲਹਿਰ ਹੈ ਉਹਦੇ ਬਾਰੇ ਚਰਚਾ ਕੀਤਾ ਗਿਆ ਕਿ ਉਹਨਾਂ ਨੇ ਬਹੁਤ ਹਮਲਾ ਮਾਰਿਆ ਇਹਦੇ ਬਾਰੇ, ਕਿਉਂਕਿ ਜਦੋਂ ਲਹਿਰਾਂ ਸ਼ੁਰੂ ਹੁੰਦੀਆਂ ਜਿੱਥੇ ਉਹਨਾਂ ਨੇ ਸਹੀ ਕੰਮ ਕੀਤਾ ਹੁੰਦਾ ਕੁਛ, ਤਾਂ ਉਹਨਾਂ ਦੇ ਵਿੱਚੋਂ ਕਹਿੰਦੇ ਇਹ ਸਹੀ ਕੰਮ ਸੀ ਉਹਨਾਂ ਦਾ ਕਿ ਉਹਨਾਂ ਨੇ 4 ਲਾਵਾਂ ਦਾ ਰੂਪ ਜਿਹੜਾ ਸੀ ਸਾਡੇ ਤੱਕ ਉਹਨੂੰ ਚੱਕਰ ਜਿਹੜੇ ਕੱਢਣ ਲਾ ਦਿੱਤਾ। ਗੁਰੂ ਗ੍ਰੰਥ ਸਾਹਿਬ ਦੇ ਅਸੀਂ ਪ੍ਰਕਰਮਾ ਕਰਨ ਲੱਗ ਗਏ। ਇਹਦੇ ਬਾਰੇ ਵੀ ਇੱਕ ਦੋ ਜਿਹੜੇ ਜੀ ਆਪ ਜੀ ਕਿਰਪਾ ਕਰਕੇ ਚਰਚੇ ਜ਼ਰੂਰ ਕਰੋ ਤਾਂ ਕਿ ਕਲੀਅਰ ਹੋ ਸਕੇ। ਹਾਂਜੀ, ਇਹ ਨਾ ਜੀ ਨਿਰੰਕਾਰੀਆਂ ਦਾ ਇੱਕ ਜਿਹੜਾ ਬੜਾ ਅੱਛਾ ਵਿਦਵਾਨ ਹੈ, ਡਾਕਟਰ ਮਾਨ ਸਿੰਘ ਨਿਰੰਕਾਰੀ, ਚੰਡੀਗੜ੍ਹ ਰਹਿੰਦੇ ਸੀ, ਹੁਣ ਤਾਂ ਸ਼ਾਇਦ ਉਹ ਚੜ੍ਹਾਈ ਕਰਕੇ ਹੁਣ ਕਾਫੀ ਉਮਰ ਲੈ ਗਏ ਨੇ ਜੀ। ਤੇ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇਹਦਾ ਵੇਰਵਾ ਦਿੱਤਾ ਹੋਇਆ ਹੈ, ਕਿਉਂਕਿ ਸਾਡੇ ਆਲੇ ਦੁਆਲੇ ਬਹੁਤ ਜ਼ਿਆਦਾ ਬ੍ਰਾਹਮਣਵਾਦ ਹੀ ਭਾਰੂ ਸੀ ਸਾਰੇ ਲੋਕਾਂ ਤੇ, ਨਵੀਂ ਰੀਤੀ ਕੋਈ ਇੱਥੇ ਹੈ ਨਹੀਂ ਸੀ। ਤੇ ਇਸ ਕਰਕੇ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਦੇ ਮਾਤਾ ਪਿਤਾ ਜਾਂ ਉਹਦਾ ਸਹੁਰਾ ਪਰਿਵਾਰ ਇਸ ਤਰ੍ਹਾਂ ਦੀਆਂ ਰੀਤੀਆਂ 'ਚ ਵੱਝਿਆ ਹੋਵੇ,
ਪਰ ਇੰਨੀ ਕੁ ਤਾਂ ਗੱਲ ਸਾਨੂੰ ਸਮਝ ਆਉਂਦੀ ਹੈ ਕਿ ਗੁਰੂ ਨਾਨਕ ਸਾਹਿਬ ਬ੍ਰਾਹਮਣ ਆਦਿਕ ਦੇ ਗੁਲਾਮ ਨਹੀਂ ਸੀ। ਉਸ ਗੁਲਾਮੀ ਨੂੰ ਤੋੜ ਕੇ ਸਾਦਗੀ ਦੇ ਢੰਗ ਨਾਲ ਪਰਿਵਾਰ ਨੂੰ ਅਤੇ ਆਪਣੇ ਸਕੇ ਸੰਬੰਧੀਆਂ ਨੂੰ ਇਹ ਸਮਝਾਇਆ ਹੋਣਾ ਕਿ ਭਾਈ ਗੱਲ ਤਾਂ ਪਾਲਣ ਕਰਨ ਦੀ ਹੈ, ਜ਼ਿੰਦਗੀ ਵਫਾਦਾਰੀ ਨਾਲ ਇੱਕ ਦੂਜੇ ਦੇ ਨਾਲ ਰਹਿ ਕੇ ਨਿਭਾਉਣ ਦੀ ਹੈ। ਮੈਂ ਉਹ ਪੜ੍ਹਨ ਲੈਂਦਾ ਹਾਂ ਤੇ ਤੁਸੀਂ ਯਕੀਨ ਕਰੋ ਕਿ ਜੇ ਮੈਨੂੰ ਤੁਸੀਂ ਅੱਜ ਤੱਕ ਲਾਇਕ ਸਮਝਦੇ ਰਹੇ ਹੋ ਤਾਂ ਮੈਂ ਇਹ ਵੀ ਪੜ੍ਹਨ ਵਫਾਦਾਰੀ ਨਾਲ ਸਾਰੀ ਜ਼ਿੰਦਗੀ ਨਿਭਾਵਾਂਗਾ। ਤੇ ਇਹਦੇ ਵਿੱਚ ਜ਼ਰੂਰੀ ਨਹੀਂ ਮੈਂ ਅਗਨੀ ਦੁਆਲੇ ਫੇਰੇ ਲਵਾਂ, ਪਰ ਇਹ ਭਾਈ ਦਿਆਲ ਜੀ, ਭਾਈ ਹਰਾ ਸਿੰਘ ਜੀ ਅਤੇ ਬਾਬਾ ਦਰਬਾਰਾ ਸਿੰਘ ਜੀ ਜਿਹੜੇ ਨਿਰੰਕਾਰੀ ਲਹਿਰ ਨਾਲ ਸੰਬੰਧਿਤ ਸਨ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਟਾਈਮ ਵੀ ਸੀ ਤੇ ਮਗਰੋਂ ਵੀ ਇਹਨਾਂ ਦੀ ਲਹਿਰ ਚੱਲਦੀ ਰਹੀ ਹੈ। ਤੇ ਉਹਨਾਂ ਨੇ ਇਹ ਲਿਖਿਆ ਕਿ ਲੋਕਾਂ ਦੀ ਦੇਖਾ ਦੇਖੀ, ਕਿਉਂਕਿ ਹਿੰਦੂ ਸਮਾਜ ਦੇ ਵਿੱਚ ਅਗਨੀ ਦੁਆਲੇ ਫੇਰੇ ਲਏ ਜਾਂਦੇ ਸੀ ਤੇ ਇਹਨਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ 4 ਲਾਵਾਂ ਲੈਣੀਆਂ, ਉਹ ਜਿਹੜੀਆਂ ਲਾਵਾਂ ਦਾ ਪਾਠ ਕਰਕੇ ਸ਼ੁਰੂ ਕਰ ਦਿੱਤੀਆਂ। ਤਾਂ ਇਹ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਕੋਈ ਸਮਾਂ ਬਾਅਦ ਸ਼ੁਰੂ ਹੋਈਆਂ ਨੇ। ਉਦੋਂ ਪਹਿਲਾਂ ਖਿਲਰਿਆ ਹੋਇਆ ਸਾਰਾ ਇਤਿਹਾਸ ਹੈ। ਗਰੰਟੀ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਅਗਨੀ ਦੁਆਲੇ ਹੁੰਦੀਆਂ ਸੀ ਜਾਂ ਕਿਸੇ ਪੋਥੀ ਦੁਆਲੇ ਹੁੰਦੀਆਂ ਸੀ ਜਾਂ ਗੁਰੂ ਗ੍ਰੰਥ ਸਾਹਿਬ ਦੁਆਲੇ ਹੁੰਦੀਆਂ ਸੀ। ਉਹ ਪੂਰੀ ਤਰ੍ਹਾਂ ਸਾਨੂੰ ਯਕੀਨ ਨਾਲ, ਜਿਹੜਾ ਵਿਸ਼ਵਾਸ ਨਾਲ, ਇਤਿਹਾਸਕ ਤੌਰ ਤੇ ਕੋਈ ਸੱਚਾਈ ਸਾਡੇ ਸਾਹਮਣੇ ਨਹੀਂ ਹੈ। ਤੇ ਉਹ ਜਿਹੜੀਆਂ 4 ਲਾਵਾਂ ਗੁਰੂ ਗ੍ਰੰਥ ਸਾਹਿਬ ਦੁਆਲੇ ਹੋ ਗਈਆਂ, ਅੱਜ ਤਾਂ ਕੂਕਿਆਂ ਦੀ ਇਹ ਹਾਲਤ ਹੋ ਗਈ ਹੈ, ਉਹ ਗੁਰੂ ਗ੍ਰੰਥ ਸਾਹਿਬ ਦੁਆਲੇ ਵੀ ਲਾਵਾਂ ਲੈ ਲੈਂਦੇ ਨੇ ਤੇ ਅਗਨੀ ਦੁਆਲੇ ਵੀ ਲਾਵਾਂ ਲੈਂਦੇ ਨੇ ਜਾ ਕੇ। ਯਾਨੀ ਕਿ ਢਾਂਚਾ ਸਾਡਾ ਇੱਕ ਥਾਂ ਤੇ ਸਿਥਰ ਰਿਹਾ ਹੀ ਨਹੀਂ ਹੈ। ਸਾਨੂੰ ਸੰਭਾਲਣ ਵਾਲਾ, ਅਗਵਾਈ ਕਰਨ ਵਾਲਾ ਸ਼੍ਰੋਮਣੀ ਕਮੇਟੀ ਵਰਗਾ ਅਦਾਰਾ ਵੀ ਸਾਡਾ ਫੇਲ ਹੋ ਚੁੱਕਿਆ ਹੋਇਆ ਹੈ। ਜੇ ਕਿਸੇ ਗੱਲ ਦਾ ਲਗਾਤਾਰ ਪ੍ਰਚਾਰ ਕਰੀਏ ਤਾਂ ਹੌਲੀ ਹੌਲੀ ਲੋਕਾਂ ਦੇ ਮਨਾਂ 'ਚ ਬਹਿ ਜਾਂਦੀ ਹੈ, ਪਰ ਇਸ ਤਰ੍ਹਾਂ ਵੀ ਉਹ ਨਹੀਂ ਕਰ ਸਕਦੇ। ਤੇ ਹੁਣ ਤਾਂ ਹਾਲਤ ਇਹ ਹੈ ਕਿ ਮਨਮਾਨੇ ਢੰਗ ਦੇ ਨਾਲ ਜਿਵੇਂ ਕਿਸੇ ਦਾ ਦਿਲ ਕਰਦਾ ਹੈ ਉਹ ਕਰਨ ਨੂੰ ਆਜ਼ਾਦ ਹੈ। ਮੈਂ ਇਹ ਨਹੀਂ ਕਹਿੰਦਾ ਕਿ ਜ਼ਰੂਰੀ ਹੈ ਕਿ 4 ਲਾਵਾਂ ਦਾ ਵਿਰੋਧ ਕੀਤਾ ਜਾਵੇ, ਨਹੀਂ, ਇਹ ਇੱਕ ਕੋਈ ਕੌਮੀ ਕਨਸੈਪਟ ਬਣ ਜਾਂਦਾ ਹੈ, ਪਰ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਇਹਨੂੰ ਵਫਾਦਾਰੀ ਨਾਲ ਨਿਭਾਇਆ ਜਾਵੇ। ਇਹ ਨਾ ਹੋਵੇ ਕਿ ਧੋਖਾਧੜੀ ਹੋਵੇ। ਜੇ ਕਿਤੇ ਨਹੀਂ ਵੀ ਨਿਭਦੀ ਤਾਂ ਦੋਵਾਂ ਧਿਰਾਂ ਦੀ ਰਜ਼ਾਮੰਦੀ ਨਾਲ ਪਿਆਰ ਭਰੇ ਢੰਗ ਦੇ ਨਾਲ ਇੱਕ ਦੂਜੇ ਤੋਂ ਵੱਖ ਹੋ ਜਾਈਏ। ਕੋਈ ਤਾਨੇ ਮਿਹਣੇ ਨਾ ਹੋਣ ਤੇ ਕਿਸੇ ਨੂੰ ਕੋਈ ਦਾਗ ਲਾਉਣ ਦਾ, ਇਲਜ਼ਾਮਬਾਜ਼ੀ ਕਰਨ ਦਾ ਜਾਂ ਦਾਜ ਪੈਸਾ ਮੰਗਣ ਦਾ, ਇਹੋ ਜਿਹੀਆਂ ਭੈੜੇ ਤਰੀਕੇ ਨਾਲ ਤਲਾਕ ਨਾ ਦਿੱਤਾ ਜਾਵੇ। ਜੇ ਕਿਤੇ ਲੋੜ ਪੈ ਵੀ ਜਾਵੇ ਵੱਖ ਹੋਣ ਦੀ ਤਾਂ ਇਹਨੂੰ ਵੀ ਬੁਰਾ ਨਾ ਸਮਝਿਆ ਜਾਵੇ, ਪਰ ਸਮਾਜ ਦਾ, ਆਪਣੇ ਧਰਮ ਦੇ ਅਸੂਲਾਂ ਦਾ ਇਹ ਜ਼ਰੂਰ ਸਤਿਕਾਰ ਕੀਤਾ ਜਾਵੇ, ਖਿਆਲ ਰੱਖਿਆ ਜਾਵੇ। ਬਾਪੂ ਜੀ, ਜਿਵੇਂ ਤੁਸੀਂ ਆਖਿਆ ਧਰਮ ਦੇ ਅਸੂਲਾਂ ਦਾ ਖਿਆਲ ਰੱਖਿਆ ਜਾਵੇ, ਕਈ ਵਾਰੀ ਮੈਂ ਸੋਚਦਾ ਵੀ ਜੇ ਸਾਰਿਆਂ ਤੋਂ ਸੌਖਾ ਹੋਣਾ ਹੋਵੇ, ਜਿਵੇਂ ਸਾਡੀ ਲੜਾਈ ਲੰਮੇ ਟਾਈਮ ਤੋਂ ਇਹ ਚੱਲਦੀ ਰਹੀ ਹੈ ਕਿ ਹਿੰਦੂ ਐਕਟ ਨਾਲ ਸਾਡੇ ਵਿਆਹ ਹੁੰਦੇ ਆ, ਇਹਦੇ ਨਾਲ ਹੁੰਦੇ ਆ, ਤੇ ਮਸਾਂ ਸਾਨੂੰ ਆਨੰਦ ਕਾਰਜ ਐਕਟ ਪਾਸ ਕਰਵਾਇਆ ਜੀ, ਇਹਦੇ ਲਈ ਬੜਾ ਸੰਘਰਸ਼ ਕਰਨਾ ਪਿਆ ਜੀ, ਇਹ ਹੈ, ਬਹੁਤ ਕੁਝ ਸਾਨੂੰ ਸੁਣਨ ਨੂੰ ਮਿਲਦਾ। ਮੈਂ ਕਈ ਵਾਰੀ ਖੁਦ ਆਪਣੇ ਪੱਧਰ ਤੋਂ ਜੇ ਮੈਂ ਗੱਲ ਕਰਾਂ ਵੀ ਮੇਰਾ ਇੱਕ ਨਿੱਜੀ ਸਵਾਲ ਆ, ਜੇਕਰ ਆਪਾਂ ਇਹਨੂੰ ਕਹੀਏ ਵੀ ਜਿਹੜਾ ਵਿਆਹ ਦਾ ਕੰਸੈਪਟ ਆ, ਜੇ ਕੰਸਰਨ ਆ ਸਾਡਾ ਵਿਆਹ, ਮੰਨ ਲਓ ਇੱਕ ਪਤੀ ਪਤਨੀ ਦੇ ਰੂਪ ਵਿੱਚ ਬੱਝਣਾ, ਕਿ ਇਹ ਜ਼ਰੂਰੀ ਹੈ ਕਿ ਧਰਮ ਦੇ ਰੂਪ ਦੇ ਨਾਲ ਹੀ ਹੋਵੇ? ਮਤਲਬ ਇਹਨੂੰ ਧਰਮ ਦੇ ਤਰੀਕੇ ਨਾਲ ਹੀ ਵਿਆਹ ਨੂੰ ਵਿਆਹ ਮੰਨਿਆ ਜਾਵੇ, ਜਾਂ ਇਹ ਜਿਹੜਾ, ਕਿਉਂਕਿ ਅੱਜ ਕੱਲ ਕੋਰਟ ਦਾ ਜ਼ਮਾਨਾ ਆ, ਅੱਜ ਕੱਲ ਬੱਚੇ ਜਿਹੜੇ ਆ ਜ਼ਿਆਦਾ ਇੱਕ ਦੂਜੇ ਨੂੰ ਪਸੰਦ ਕਰਕੇ ਆਪਣੇ ਆਪ ਕਈ ਵਾਰੀ ਆਪਣੇ ਪੱਧਰ ਤੇ ਵੀ ਵਿਆਹ ਕਰਾ ਲੈਂਦੇ ਆ, ਲਵ ਮੈਰਿਜ ਵੀ ਕਰਾ ਲੈਂਦੇ। ਮੈਂ ਬੇਨਤੀ ਕਰੂੰਗਾ ਕਿ ਅਗਲੇ ਆਪਾਂ ਪ੍ਰੋਗਰਾਮਾਂ ਦੇ ਵਿੱਚ ਕਿਤੇ ਨਾ ਕਿਤੇ ਜਦੋਂ ਵੀ ਚਰਚਾ ਚੱਲੇਗਾ ਇਹਦੇ ਤੇ ਕੰਸਰਨ ਜ਼ਰੂਰ ਰੱਖਾਂਗੇ। ਮੈਂ ਸਰੋਤਿਆਂ ਦੇ ਜਾਣਕਾਰੀ ਵਿੱਚ ਰੱਖਣਾ ਚਾਹੁੰਦਾ ਕਿ ਸਾਨੂੰ ਯਾਦ ਕਰਵਾ ਦਿੱਤਾ ਜਾਵੇ ਜੇ ਅਸੀਂ ਭੁੱਲਦੇ ਵੀ ਹੋਈਏ, ਪਰ ਅਸੀਂ ਗੱਲ ਤੇ ਜ਼ਰੂਰ ਕਰਾਂਗੇ ਬਾਪੂ ਜੀ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ, ਹੋਰ ਪ੍ਰੋਗਰਾਮਾਂ ਦੇ ਵਿੱਚ। ਅੱਜ ਦੇ ਲਈ ਜਿਹੜਾ ਸਾਖੀਆਂ ਦੇ ਵਿੱਚੋਂ ਅਸੀਂ ਪੜਚੋਲ ਕਰ ਰਹੇ ਹਾਂ, ਉਹਦੇ ਵਿੱਚੋਂ ਅਗਲੀ ਗੱਲ ਜਿੱਧਰ ਨੂੰ ਮੈਂ ਜਾਣਾ ਚਾਹੁੰਦਾ, ਰੁਖ ਕਰਨਾ ਚਾਹੁੰਦਾ, ਉਹ ਹੈਗਾ ਜੀ ਇਸ ਤੋਂ ਬਾਅਦ ਇਹ ਤਾਂ ਵਿਆਹ ਦਾ ਰੌਲਾ ਹੈ ਕਿ ਉਹਨਾਂ ਨੇ ਕਿਸ ਤਰ੍ਹਾਂ ਕੀਤਾ, ਕੀ ਕੀਤਾ। ਮੈਨੂੰ ਕਈ ਵਾਰੀ ਇਹ ਵੀ ਲੱਗਦਾ ਵੀ ਜੇਕਰ ਹੋ ਵੀ ਗਿਆ ਹੋਵੇ, ਮੰਨ ਲਓ ਹਿੰਦੂ ਰਵਾਇਤ ਦੇ ਅਨੁਸਾਰ, ਚੱਲਦੀ ਰਵਾਇਤ ਦੇ ਅਨੁਸਾਰ, ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਜੀਵਨ ਦਾ ਕੀ ਕੰਸਰਨ ਆ। ਮੰਨ ਲਓ ਪਤਨੀ ਦਾ ਇੱਕ ਘਰ ਆ ਜਾਣਾ, ਉਦੋਂ ਦਾ ਕੰਸਰਨ ਜਿਹੜਾ ਸਾਡਾ, ਤਾਂ ਹਿੰਦੂ ਮੈਥੋਲੋਜੀ ਨੂੰ, ਮਿੱਥਾਂ ਨੂੰ ਛੱਡਦੇ ਸਾਡਾ, ਅਸੀਂ ਇਹਨੂੰ ਸਿੱਖ ਸਾਬਿਤ ਕਰਦੇ ਵੀ ਇਹਨੂੰ ਸਿੱਖੀ ਰਵਾਇਤ ਏਦਾਂ ਸੀ, ਏਦਾਂ ਹੋਇਆ ਹੋਵੇਗਾ। ਮਤਲਬ ਅਟਕਲ ਪੱਚੂ ਬਹੁਤ ਜ਼ਿਆਦਾ ਨੇ ਸਾਡੇ ਕੋਲੇ, ਸਚਾਈਆਂ ਬਹੁਤ ਘੱਟ ਨੇ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨੇ। ਇਹਦੇ ਲਈ ਦੂਸਰਾ ਮੈਂ ਰੂਪ ਰੱਖਣਾ ਚਾਹੂੰਗਾ ਕਿ ਗੁਰੂ ਪਾਤਸ਼ਾਹ ਬਾਰੇ ਕੀ ਹੋਇਆ, ਇਹਦੇ ਬਾਰੇ ਅਸੀਂ ਹੋਰ ਗੱਲਾਂ ਲੰਮੇ ਕਰਦੇ ਰਵਾਂਗੇ। ਦੂਸਰੇ ਰੂਪ ਦੇ ਵਿੱਚ ਇੱਕ ਸਵਾਲ ਹੈ ਜੀ ਮੇਰਾ, ਜਦੋਂ ਉਹਨਾਂ ਦੇ ਵੇਈ ਪ੍ਰਵੇਸ਼ ਦੀਆਂ ਵੀ ਗੱਲਾਂ ਚੱਲਦੀਆਂ, ਬਾਬਾ ਨਾਨਕ ਜੀ ਦਾ ਜਿਹੜਾ ਕੰਸਰਨ ਆ, ਕਹਿੰਦੇ ਉਹਨਾਂ ਨੇ ਜੌਬ ਜਦੋਂ ਮੋਦੀ ਦੀ ਨਿਭਾਈ ਵੀ ਸੀ ਤਾਂ ਲਗਭਗ 36 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਉਦਾਸੀ ਕੀ ਰੀਤ ਚਲਾਈ ਵਾਲਾ ਸਿਲਸਿਲਾ ਸਾਹਮਣੇ ਲਿਆਂਦਾ।
1507 ਦੇ ਵਿੱਚ ਆਪਣੀਆਂ ਮਿਸ਼ਨਰੀ ਕਾਲਜ ਦੀਆਂ ਕਿਤਾਬਾਂ 1507 ਲਿਖਦੀਆਂ, ਕਿਸੇ ਨੇ 1496 ਲਿਖ ਦਿੱਤਾ, ਕਿਸੇ ਨੇ ਕੁਝ ਲਿਖ ਦਿੱਤਾ। ਬਾਪੂ ਜੀ, ਮੇਰਾ ਅਗਲਾ ਜਿਹੜਾ ਸਵਾਲ ਆਪ ਜੀ ਤੱਕ ਹੈਗਾ ਉਹ ਹੈਗਾ ਕਿ ਵੇਈ ਦੇ ਪ੍ਰਵੇਸ਼ ਦੇ ਵਿੱਚ ਜਦੋਂ ਕਹਿੰਦੇ ਗੁਰੂ ਸਾਹਿਬ ਉੱਥੇ ਕੀਰਤਨ ਕਰਦੇ ਕਰਦੇ ਜਾਂ ਕਹਿੰਦੇ ਸਵੇਰੇ ਇਸ਼ਨਾਨ ਕਰਨ ਜਾਂਦੇ ਸੀ, ਇੱਕ ਦਿਨ ਹੋਇਆ ਕਿ ਸਿੱਧਾ ਉਹ ਨਦੀ ਦੇ ਵਿੱਚ ਵੜੇ। ਉਸ ਤੋਂ ਬਾਅਦ ਉਹ 3 ਦਿਨ ਅਲੋਪ ਹੋ ਗਏ। ਮਰਦਾਨਾ ਜੀ ਦਾ ਰੌਲਾ ਪਾਉਣਾ, ਕਹਿੰਦੇ 3 ਦਿਨਾਂ ਬਾਅਦ ਉਹ ਬਾਹਰ ਆਉਂਦੇ ਆ। ਉਹਨਾਂ ਨੂੰ ਪੁੱਛਣ ਤੇ ਬਾਅਦ ਚ ਪਤਾ ਲੱਗਦਾ ਕਿ ਉਹ ਤਾਂ ਕਿਤੇ ਸੱਚਖੰਡ ਦੇ ਵਿੱਚ, ਕਿਤੇ ਧਰਮਰਾਜ ਕੋਲੇ, ਰੱਬ ਦੇ ਕੋਲੇ ਪਹੁੰਚ ਗਏ। ਕਿਸੇ ਨੇ ਕਿਹਾ ਉੱਥੋਂ ਮੂਲ ਮੰਤਰ ਲੈ ਕੇ ਆਂਦਾ ਔਰ ਆ ਕੇ ਫਿਰ ਲੋਕਾਂ ਨੂੰ ਸਿੱਧੇ ਰਾਹ ਪਾਉਣ ਦਾ ਸੰਕਲਪ ਇੱਥੋਂ ਸ਼ੁਰੂ ਹੋ ਗਿਆ। ਇੱਕ ਹੋਰ ਗੱਲ ਕਹੀ ਜਾਂਦੀ ਹੈ ਵੀ ਇੱਥੇ ਆ ਕੇ ਉਹਨਾਂ ਨੇ ਆਖਿਆ ਵੀ ਲੰਗੋਟੀ ਪਾਈ ਹੋਈ, ਕੱਪੜੇ ਉਤਾਰ ਤੇ ਸਾਰਾ ਕੁਝ ਲਟਾਉਣ ਵਾਲਾ ਰੂਪ ਧਾਰਨ ਕਰ ਲਿਆ। ਨਾਲੇ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਨੇ ਇੱਥੇ ਆ ਕੇ ਆਖਿਆ ਨਾ ਕੋਈ ਹਿੰਦੂ ਨਾ ਮੁਸਲਮਾਨ। ਇਹ ਆਪਣੀ ਅਖੀਰਲੀ ਚਰਚਾ ਹੋਏਗੀ ਜਿਹਦੇ ਬਾਰੇ। ਇਹੋ ਜੀ ਸ਼ਖਸੀਅਤ ਉਹਨਾਂ ਨੂੰ ਬਣਾ ਕੇ ਬੌਰੀ ਜੀ ਪੇਸ਼ ਕੀਤਾ ਗਿਆ। ਇਹਦੇ ਬਾਰੇ ਬਾਪੂ ਜੀ ਤੁਹਾਡਾ ਕੀ ਕੰਸਰਨ ਹੈ ਜੀ? ਪਹਿਲੀ ਗੱਲ ਤਾਂ ਗੁਰੂ ਨਾਨਕ ਸਾਹਿਬ ਏਡੇ ਜ਼ਿੰਮੇਵਾਰ ਸੀ, ਏਡੇ ਸਿਆਣੇ ਸੀ। ਪਹਿਲਾਂ ਵੀ ਮੈਂ ਬੇਨਤੀ ਕੀਤੀ ਆ, ਇੰਨੇ ਪੜ੍ਹੇ ਲਿਖੇ ਸੀ। ਏਡਾ ਵੱਡਾ ਅਹੁਦਾ ਕਿਸੇ ਮਾਮੂਲੀ ਬੰਦੇ ਨੂੰ ਨਹੀਂ ਮਿਲ ਸਕਦਾ, ਜਿਹੜਾ ਕਿ ਦੌਲਤ ਖਾਨ ਨੇ ਸਭ ਤੋਂ ਮਹੱਤਵਪੂਰਨ, ਕਿਉਂਕਿ ਉਦੋਂ ਦੇ ਜ਼ਮਾਨੇ 'ਚ ਖਾਦ ਖੁਰਾਕ ਹੀ ਸਭ ਤੋਂ ਮਹੱਤਵਪੂਰਨ ਸੀ। ਬਾਕੀ ਅੱਜ ਵਾਂਗੂ ਤਾਂ ਮਸ਼ੀਨਰੀ ਵਗੈਰਾ ਤਾਂ ਹੈ ਕੋਈ ਨਹੀਂ ਸੀ ਜੀ। ਤੇ ਉਹਦਾ ਜ਼ਿੰਮੇਵਾਰ ਗੁਰੂ ਨਾਨਕ ਸਾਹਿਬ ਨੂੰ ਬਣਾਇਆ। ਉਹ ਕਿੰਨੇ ਸਿਆਣੇ ਸੀ, ਕਿੰਨੇ ਪੜ੍ਹੇ ਲਿਖੇ ਸੀ, ਲੋਕਾਂ ਨਾਲ ਕਿਹਾ ਜਿਹਾ ਵਰਤੋਂ ਵਿਹਾਰ ਕਰ ਸਕਦੇ ਸੀ, ਉਹ ਸਾਰੇ ਗੁਣ ਉਹਨਾਂ ਦੇ ਵਿੱਚ ਮੌਜੂਦ ਸੀ ਜੀ। ਤੇ 15 ਸਾਲ ਦੇ ਨੇੜੇ ਤੇੜੇ ਤੱਕ ਗੁਰੂ ਨਾਨਕ ਸਾਹਿਬ ਨੇ ਮੋਦੀ ਦੀ ਨੌਕਰੀ ਕੀਤੀ ਹੈ ਤੇ ਉਦੋਂ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ, ਬਲਕਿ ਇੱਥੋਂ ਤੱਕ ਜਿਹੜਾ ਅੰਨ ਦਾਣਾ ਪਹਿਲਾਂ ਲੋਕ ਵੰਡਦੇ ਸੀ ਅਫਸਰ, ਉਹਦੇ ਵਿੱਚੋਂ ਕੁਝ ਕਾਟ ਕੱਟ ਲੈਂਦੇ ਸੀ। ਉਹਨਾਂ ਨੂੰ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਘੱਟ ਦਿੰਦੇ ਸੀ ਤੇ ਉਹ ਆਪਣੇ ਘਰਾਂ 'ਚ ਪਹੁੰਚਾ ਦਿੰਦੇ ਸੀ। ਗੁਰੂ ਨਾਨਕ ਸਾਹਿਬ ਨੂੰ ਲੋਕੀ ਸਗੋਂ ਪੁੱਛਦੇ ਸੀ, ਜਿਹੜੇ ਅੰਨਦਾਨਾ ਲੈਣ ਵਾਸਤੇ ਆਉਂਦੇ ਸੀ ਲੋੜਵੰਦ, ਵੀ ਤੁਸੀਂ ਤਾਂ ਕੋਈ ਕਾਟ ਨਹੀਂ ਕੱਟਦੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੈਂ ਕਾਟ ਨਹੀਂ ਕੱਟਦਾ। ਤੇ ਕਈ ਲੋਕ ਆਪਣੀ ਖੁਸ਼ੀ ਨਾਲ ਦੇ ਜਾਂਦੇ ਸੀ ਜੀ, ਪਹਿਲਾਂ ਤਾਂ ਸਾਰੇ ਲੈਂਦੇ ਸੀ। ਉਹ ਜਿਹੜਾ ਅੰਨਦਾਨਾ ਲੋਕੀ ਦੇ ਜਾਂਦੇ ਸੀ, ਉਹ ਮੁਸਾਫਰਾਂ ਨੂੰ ਜਾਂ ਵਿਧਵਾ ਬੀਬੀਆਂ ਨੂੰ ਜਾਂ ਹੋਰ ਜਿਹੜੇ ਬਜ਼ੁਰਗ ਲੋੜਵੰਦ ਨੇ, ਯਤੀਮ ਬੱਚੇ ਨੇ, ਉਹਨਾਂ ਵਾਸਤੇ ਧਰਮਸ਼ਾਲਾ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਦੇ ਵਿੱਚ ਉਹ ਅੰਨਦਾਨਾ ਉਹਨਾਂ ਤੇ ਖਰਚਣਾ ਸ਼ੁਰੂ ਕੀਤਾ। ਇੱਕ ਪਾਸੇ ਤਾਂ ਇਹ ਜੀਵਨ ਹੈ ਉਹਨਾਂ ਦਾ ਕਿ ਲੋਕਾਂ ਨਾਲ ਵਧੀਆ ਢੰਗ ਨਾਲ ਪੇਸ਼ ਆਉਣਾ ਤੇ ਇਨਸਾਫ ਕਰਨਾ, ਲੋੜਾਂ ਪੂਰੀਆਂ ਕਰਨੀਆਂ। ਇੱਕ ਪਾਸੇ ਉਹਨੂੰ ਇੰਨਾ ਕਮਲਾ ਦਿਖਾਇਆ ਜਾਂਦਾ ਹੈ ਕਿ ਉਹ ਨੌਕਰੀ ਨੂੰ ਲੱਤ ਮਾਰ ਕੇ ਤੇ ਵੇਈ ਨਦੀ ਦੇ ਵਿੱਚ ਮਰਦਾਨੇ ਨੂੰ ਲੈ ਕੇ ਚਲੇ ਗਏ। ਉੱਥੇ ਮਰਦਾਨੇ ਨੂੰ ਕੱਪੜਿਆਂ ਦੀ ਰਾਖੀ ਬਿਠਾ ਦਿੱਤਾ ਤੇ ਆਪ ਵੇਈ ਦੇ ਵਿੱਚ ਪ੍ਰਵੇਸ਼ ਕਰ ਗਏ ਤੇ ਵੇਈ ਦੇ ਵਿੱਚ ਪ੍ਰਵੇਸ਼ ਕਰਕੇ ਫਿਰ 3 ਦਿਨ ਤੱਕ ਬਾਹਰ ਨਹੀਂ ਨਿਕਲੇ। ਸਾਖੀ ਦੇ ਮੁਤਾਬਕ ਉਡਾਰੀ ਮਾਰ ਕੇ ਉਹ ਉੱਪਰ ਕਿਤੇ ਸੱਚਖੰਡ ਦੇ ਵਿੱਚ ਧਰਮਰਾਜ ਕੋਲੇ ਜਾਂ ਰੱਬ ਕੋਲੇ ਉੱਥੇ ਪਹੁੰਚ ਗਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਜੇ ਉਹਨਾਂ ਨੇ ਸੱਚਖੰਡ ਵਗੈਰਾ ਜਾਣਾ ਸੀ ਵੀ ਪਹਿਲਾਂ ਠੰਡੇ ਹੋਣਾ, ਪਾਣੀ ਦੇ ਵਿੱਚੋਂ ਦੀ ਲੰਘਣਾ ਜ਼ਰੂਰੀ ਸੀ ਕਿ ਸਿੱਧੇ ਵੀ ਤਾਂ ਉਡਾਰੀ ਮਾਰੀ ਜਾ ਸਕਦੀ ਸੀ ਪਰ ਨਹੀਂ, ਕਹਿੰਦੇ ਪਾਣੀ ਦੇ ਵਿੱਚੋਂ ਦੀ ਪਹਿਲਾਂ ਠੰਡੇ ਠਾਰ ਹੋ ਕੇ ਜਾਣਾ, ਕਿਤੇ ਰਾਹ ਦੇ ਵਿੱਚ ਉੱਪਰ ਗਰਮ ਹਵਾਵਾਂ ਨਾ ਹੋਣ, ਕਿਤੇ ਸਰੀਰ ਗਰਮ ਨਾ ਹੋ ਜਾਵੇ। ਹਾਂਜੀ, ਇਹੋ ਜਿਹੀਆਂ ਕਹਾਣੀਆਂ ਬੇਹੂਦਾ ਅਸੀਂ ਅੱਜ ਤੱਕ ਮੰਨਦੇ ਆ ਰਹੇ ਹਾਂ ਤੇ ਸਾਧ ਸੰਤ, ਡੇਰੇਦਾਰ ਤੇ ਕਈ ਵਾਰੀ ਸਾਡੇ ਅਖੌਤੀ ਵਿਦਵਾਨ ਵੀ ਯੂਨੀਵਰਸਿਟੀਆਂ 'ਚ ਬੈਠੇ ਹੋਏ, ਉਹ ਵੀ ਇਹਨਾਂ ਸਾਖੀਆਂ ਨੂੰ ਸੱਚ ਮੰਨ ਕੇ ਪ੍ਰਚਾਰੀ ਜਾਂਦੇ ਨੇ। ਤੇ ਉੱਪਰ ਚਲੇ ਗਏ ਕਹਾਣੀ ਦੇ ਮੁਤਾਬਕ। ਉੱਪਰ ਜਾਣ ਤੋਂ ਬਾਅਦ ਰੱਬ ਨੂੰ ਜਾ ਕੇ ਉਹਨਾਂ ਨੇ ਨਮਸਕਾਰ ਕੀਤੀ, ਰੱਬ ਨੇ ਉਹਨਾਂ ਨੂੰ ਥਾਪੜਾ ਦਿੱਤਾ ਤੇ ਇੱਥੋਂ ਤੱਕ ਉਹਨਾਂ ਨਾਲ ਸਵਾਲ ਜਵਾਬ ਹੋਏ ਤੇ ਗੁਰੂ ਨਾਨਕ ਸਾਹਿਬ ਨੂੰ ਉਹਨੇ ਆਖਿਆ ਕਿ ਨਾਨਕ ਤੂੰ, ਮੈਂ ਪਾਰ ਬ੍ਰਹਮ ਪਰਮੇਸ਼ਰ, ਤੂੰ ਗੁਰੂ ਪਰਮੇਸ਼ਰ, ਭਾਵ ਕਿ ਤੂੰ ਵੀ ਮੇਰੇ ਵਰਗਾ ਹੀ ਹੈ। ਤੈਨੂੰ ਗੁਰੂ ਪਰਮੇਸ਼ਰ ਕਹਿਣਗੇ ਲੋਕੀ, ਮੈਨੂੰ ਪਾਰ ਬ੍ਰਹਮ ਪਰਮੇਸ਼ਰ ਕਹਿੰਦੇ ਨੇ। ਮੈਂ ਤੈਨੂੰ ਧਰਤੀ ਦੇ ਉੱਤੇ ਸਾਰੇ ਕਾਰਜ ਕਰਨ ਦੇ ਅਧਿਕਾਰ ਦਿੰਦਾ ਹਾਂ ਤੇ ਤੂੰ ਕੀ ਕਹਿਣਾ ਚਾਹੁੰਦਾ ਹੈ? ਕਹਿੰਦੇ ਗੁਰੂ ਨਾਨਕ ਸਾਹਿਬ ਨੇ ਫਿਰ ਉੱਥੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਜਿਹੜਾ ਸ਼ਲੋਕ ਉਚਾਰਨ ਕੀਤਾ ਰੱਬ ਕੋਲੇ ਬੈਠ ਕੇ। ਹੁਣ ਇਹ ਕਹਾਣੀਆਂ ਪਾਉਂਦੇ ਨੇ ਤੇ ਰੱਬ ਨੇ ਆਖਿਆ ਕਿ ਹੋਰ ਵੀ ਕੁਝ ਕਹਿਣਾ ਚਾਹੁੰਦਾ ਹੈ, ਮੇਰੇ ਬਾਰੇ ਤੂੰ ਕੀ ਜਾਣਦਾ ਹੈ? ਰੱਬ ਕਹਿੰਦਾ ਹੈ ਤੂੰ ਮੇਰੇ ਬਾਰੇ ਕੀ ਜਾਣਦਾ ਹੈ? ਗੁਰੂ ਨਾਨਕ ਸਾਹਿਬ ਨੇ ਇੱਥੇ ਸਾਖੀਆਂ 'ਚ ਸ਼ਬਦ ਦਿੱਤਾ ਹੋਇਆ ਹੈ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਪਿਆਓ, ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨਾ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵੜ ਆਖਾਂ ਨਾਉ। ਭਾਵ ਕਿ ਮੈਂ ਤੇਰੀ, ਹੇ ਰੱਬ ਜੀ, ਕੀਮਤ ਨਹੀਂ ਪਾ ਸਕਦਾ, ਤੂੰ ਬਹੁਤ ਵੱਡਾ ਹੈ, ਮਹਾਨ ਹੈ। ਤੇ ਰੱਬ ਬਹੁਤ ਖੁਸ਼ ਹੋਇਆ, ਕਹਿਣ ਲੱਗਿਆ ਨਾਨਕ ਹੁਣ ਤੂੰ ਧਰਤੀ ਤੇ ਜਾ ਤੇ ਲੋਕਾਂ ਨੂੰ ਨਾਮ ਜਪਾ। ਹੁਣ ਇੱਥੇ ਮੈਂ ਕਈ ਵਾਰੀ ਵਿਅੰਗ ਕੀਤੇ ਨੇ ਪ੍ਰਚਾਰਕਾਂ ਦੇ ਅੱਗੇ ਕਿ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਦੇ ਕੱਪੜੇ ਪਏ ਸੀ ਵੇਈ ਨਦੀ ਦੇ ਕਿਨਾਰੇ ਤੇ, ਮਰਦਾਨਾ ਕੋਲੇ ਬੈਠਾ ਸੀ ਤੇ ਉਹਨਾਂ ਦੇ ਕੋਈ ਕੱਪੜਾ ਪਾਇਆ ਹੋਇਆ ਹੈਗਾ ਸੀ?
ਉਹ ਕਹਿੰਦੇ ਜੀ ਲੰਗੋਟੀ ਪਾਈ ਹੋਈ ਸੀ। ਮੈਂ ਜਦੋਂ ਉੱਪਰ ਨੂੰ ਉਡਾਰੀ ਮਾਰ ਕੇ ਗਏ ਨੇ, ਰੱਬ ਨੇ ਇਹ ਨਾ ਕਿਹਾ ਵੀ ਮੈਂ ਤਾਂ ਤੈਨੂੰ ਭਾਈ ਬਹੁਤ ਸਿਆਣਾ ਸਮਝਿਆ ਸੀ ਨਾਨਕ, ਤੂੰ ਤਾਂ ਨੰਗ ਧੜੰਗੀ ਆ ਗਿਆ, ਜਾਂ ਕੁਝ ਤਾਂ ਸ਼ਰਮ ਕਰ ਮਾੜੀ ਮੋਟੀ, ਇਹ ਕੀ ਕਰੀ ਜਾਂਦਾ ਹੈ। ਜੀ ਜੀ। ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਜੇ ਜਾਣੇ ਸੀ ਤਾਂ ਰੱਬ ਵਰਗੇ ਐਡੇ ਸਭ ਤੋਂ ਦੁਨੀਆ ਦੇ ਮਾਲਕ ਨੂੰ ਮਿਲਣ ਵਾਸਤੇ ਉੱਥੇ ਤਾਂ ਬਹੁਤ ਸੋਹਣੇ ਕੱਪੜੇ ਤੇ ਹਾਰ ਸ਼ਿੰਗਾਰ ਕਰਕੇ ਜਾਣਾ ਚਾਹੀਦਾ ਸੀ। ਉਹ ਨੰਗ ਮਨੰਗਾ ਚਲਾ ਗਿਆ, ਹੱਦ ਹੋਊਗੀ ਤੁਹਾਡੇ ਵਾਲੀ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਉੱਥੋਂ ਉੱਠ ਕੇ ਬੇਈ ਨਦੀ ਦੇ ਕੋਲੇ ਜਦੋਂ ਆਏ, ਕੱਪੜੇ ਫਿਰ ਵੀ ਨਹੀਂ ਪਹਿਨੇ, ਉਹ ਮਰਦਾਨਾ ਵਿਚਾਰਾ ਨਾਲ ਨਾਲ ਚੁੱਕੀ ਫਿਰਦਾ ਰਿਹਾ ਕੱਪੜੇ ਜੀ। ਤੇ ਜਾ ਕੇ ਮੜੀਆਂ 'ਚ ਬੈਠ ਗਏ ਕੱਲੀ ਲੰਗੋਟੀ ਪਾ ਕੇ ਜੀ। ਤੇ ਸਿੱਧੇ ਘਰ ਨਹੀਂ ਆਏ। ਤੇ ਉੱਥੇ ਨਾ ਕੋਈ ਹਿੰਦੂ ਨਾ ਮੁਸਲਮਾਨ ਦਾ ਨਾਰਾ ਲਾਉਣਾ ਸ਼ੁਰੂ ਕਰਤਾ, ਲੋਕਾਂ ਦੇ ਇਕੱਠ ਹੋ ਗਏ, ਬਹੁਤ ਕੁਝ ਹੋਇਆ। ਤੇ ਇਹ ਸਾਰਾ ਪਾਗਲਪਣ ਵਾਲੇ ਪਾਸੇ ਗੁਰੂ ਨਾਨਕ ਸਾਹਿਬ ਨੂੰ ਤੋੜ ਦਿੱਤਾ। ਰੱਬ ਨੂੰ ਮਿਲਣ ਵਾਲਾ ਬੰਦਾ ਵੀ ਲੰਗੋਟੀ ਪਾਈ ਇਕੱਲਾ ਫਿਰਦਾ ਹੈ, ਮੜੀਆਂ 'ਚ ਜਾਂਦਾ ਹੈ, ਉਹ ਚੱਜ ਦੀ ਗੱਲ ਨਹੀਂ ਕਰਦਾ ਤੇ ਲੋਕੀ ਤਮਾਸ਼ਾ ਵੇਖਦੇ ਨੇ, ਕਮਲਾ ਹੋ ਗਿਆ, ਪਾਗਲ ਹੋ ਗਿਆ। ਹੁਣ ਇਹ ਗੱਲਾਂ ਸਾਰੀਆਂ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਤਾਂ ਬਹੁਤ ਉੱਤਮ ਦਰਜੇ ਦੇ ਉਪਦੇਸ਼ ਸਾਨੂੰ ਦੇ ਦਿੱਤੇ, ਪਰ ਸਾਖੀਕਾਰਾਂ ਨੇ ਉਹਨਾਂ ਦੀ ਸ਼ਖਸੀਅਤ ਨੂੰ ਛੁਪਿਆਉਣ ਵਾਸਤੇ, ਨੀਵਾਂ ਕਰਨ ਵਾਸਤੇ ਸਾਖੀਆਂ ਘੜ ਦਿੱਤੀਆਂ। ਤੇ ਅਸੀਂ ਲਗਭਗ 300 ਸਾਲ ਤੋਂ 400 ਸਾਲ ਤੋਂ ਜਦੋਂ ਇਹ ਸਾਖੀਆਂ ਲਿਖੀਆਂ ਗਈਆਂ ਨੇ, ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਨ ਦੀ ਹਿੰਮਤ ਨਹੀਂ ਕਰ ਸਕੇ ਵੱਡੇ ਵੱਡੇ ਧੁਰੰਤਰ ਵਿਦਵਾਨ। ਜਿਹੜੀ ਮੇਰੇ ਕੋਲੇ 4 ਜਨਮ ਸਾਖੀਆਂ ਦੀ ਵੱਡੀ ਕਿਤਾਬ ਹੈ, ਜਿਹਦੇ ਵਿੱਚੋਂ ਮੈਂ ਸਾਰੇ ਪ੍ਰਮਾਣ ਲੈ ਕੇ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਜਨਮ ਸਾਖੀ ਪਰੰਪਰਾ ਡਾਕਟਰ ਕਿਰਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਛਪਵਾਈ ਹੈ, ਕਿਰਪਾਲ ਸਿੰਘ ਦੀ ਲਿਖੀ ਹੋਈ ਹੈ। ਇਹ ਡਾਕਟਰ ਕਿਰਪਾਲ ਸਿੰਘ ਉਹੀ ਹੈ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੂਰਜ ਪ੍ਰਕਾਸ਼ ਦੀ ਸੋਧ ਕਰਨ ਵਾਸਤੇ ਅਧਿਕਾਰ ਦਿੱਤੇ ਸਨ, ਪਰ ਸੋਧ ਤਾਂ ਕਿਹੜੀ ਕਰਨੀ ਸੀ, ਬਹੁਤ ਸਾਰੀਆਂ ਗੱਲਾਂ ਉਸੇ ਤਰ੍ਹਾਂ ਅਧੂਰੀਆਂ ਛੱਡ ਦਿੱਤੀਆਂ ਤੇ ਸੂਰਜ ਪ੍ਰਕਾਸ਼ ਦੀ ਸੋਧ ਨੂੰ ਅਧੂਰੀ ਛੱਡ ਕੇ ਆਪ ਵੀ ਇਹ ਜ਼ਿੰਦਗੀ ਤੋਂ ਚਲਾ ਗਿਆ, ਵਿਦਾ ਹੋ ਗਿਆ ਇੱਥੋਂ, ਤੇ ਸੂਰਜ ਪ੍ਰਕਾਸ਼ ਅਜੇ ਵੀ ਅਧੂਰਾ ਪਿਆ। ਸੋ ਇਹਨਾਂ ਨੂੰ ਪ੍ਰੋਜੈਕਟ ਲੱਖਾਂ ਕਰੋੜਾਂ ਦੇ ਵਿਦਵਾਨਾਂ ਨੂੰ ਮਿਲ ਜਾਂਦੇ ਨੇ, ਤੇ ਪਰ ਕੰਮ ਉਹੀ ਹੁੰਦਾ ਜਿਹੋ ਜਿਹਾ ਪਹਿਲਾਂ ਹੋ ਰਿਹਾ ਸੀ। ਉਹਦੇ 'ਚ ਸੁਧਾਰ ਵਾਲੀ, ਨਵੀਨਤਾ ਵਾਲੀ ਗੱਲ ਘੱਟ ਤੋਂ ਘੱਟ ਹੀ ਆਉਂਦੀ ਹੈ। ਇਹ ਹਾਲਤ ਗੁਰੂ ਸਾਹਿਬ ਦੀਆਂ ਸਾਖੀਆਂ ਦੇ ਰਾਹੀਂ ਸਾਡੇ ਨਾਲ ਕੀਤੀ ਗਈ ਹੈ। ਜੀ ਬਾਪੂ ਜੀ, ਇਹਦੇ ਵਿੱਚ ਮੈਂ ਸਰੋਤਿਆਂ ਨੂੰ ਇਹੀ ਨਾਲ ਗੱਲ ਵੀ ਸਾਂਝੀ ਕਰਨੀ ਚਾਹੁੰਦਾ ਕਿ ਇਹਨਾਂ ਸਾਖੀਆਂ ਦੇ ਰਾਹੀਂ ਜੋ ਸਾਨੂੰ ਕੁਝ ਮਿਲ ਹੀ ਨਹੀਂ ਰਿਹਾ ਤੇ ਇਹਦੇ ਨਾਲ ਸਾਡਾ ਕਿੰਨਾ ਕੁ ਲੈਣ ਦੇਣ ਹੈ। ਸਾਡਾ ਮੇਨ ਮੋਟਿਵ ਜਿਹੜਾ ਹੈਗਾ ਗੁਰੂ ਨਾਨਕ ਦੀ ਬਾਣੀ ਹੀ ਉਹਨਾਂ ਦੀ ਅਸਲੀ ਸਾਖੀ, ਉਹਨਾਂ ਦੀ ਅਸਲੀ ਰਾਏ, ਉਹ ਜੋ ਚਾਹੁੰਦੇ ਸੀ, ਉਹਨਾਂ ਦਾ ਜੋ ਕੰਸਰਨ ਸੀ, ਜਿੱਥੋਂ ਤੱਕ ਉਹਨਾਂ ਦਾ ਸਾਨੂੰ ਕੁਝ ਚੰਗਾ ਦੇਣ ਦਾ ਜਿਹੜਾ ਮੋਟਿਵ ਸਾਡੇ ਸਾਹਮਣੇ ਹਾਲੇ ਤੱਕ ਆਇਆ, ਤੇ ਉਹਦੇ ਤੋਂ ਜ਼ਿਆਦਾ ਸਿੱਖ ਸਕਦੇ ਹਾਂ ਅਸੀਂ ਉਹਨਾਂ ਨੂੰ, ਉਸ ਨੂੰ ਸਾਖੀ ਵਾਂਗੂ ਅਸੀਂ ਮੰਨਣਾ ਸ਼ੁਰੂ ਕਰੀਏ। ਸਾਖੀ ਅਸੀਂ ਕਹਾਣੀ ਦੀ ਬਜਾਏ ਗਵਾਹੀ ਨੂੰ ਬਣਾਈਏ। ਗੁਰੂ ਨਾਨਕ ਦੀ ਗਵਾਹੀ ਕੀ ਹੈ, ਗੁਰੂ ਨਾਨਕ ਕੈਸੇ ਵਿਟਨੈਸ ਨੇ, ਕਿੱਦਾਂ ਦੀ ਰਾਏ ਦੇਣਾ ਚਾਹੁੰਦੇ ਆ। ਜਪ ਬਾਣੀ ਦੇ ਰਾਹੀਂ ਜਾਂ ਹੋਰ ਸਿੱਧ ਗੋਸ਼ਟ ਦੀ ਆਪਾਂ ਗੱਲ ਕੀਤੀ ਹੈ ਕਿ ਉਹਨਾਂ ਦਾ ਕੰਸਰਨ ਜਿਹੜਾ ਹੈ ਉਹ ਚੰਗੇ ਇਨਸਾਨ ਬਣਨ ਦਾ ਹੈ। ਤੇ ਜੇ ਅਸੀਂ ਅੱਜ ਇਹੋ ਜਿਹੇ ਸਮੇਂ ਦੇ ਵਿੱਚ ਆ ਕੇ, ਮਸ਼ੀਨੀ ਯੁੱਗ ਹੋ ਚੁੱਕਿਆ, ਸਾਇੰਸ ਦਾ ਜ਼ਮਾਨਾ ਹੈ, ਵਿਗਿਆਨ ਦਾ ਜ਼ਮਾਨਾ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਅੱਖੋਂ ਪਾਸੇ ਹੋਣ ਵਾਲੀਆਂ ਨੂੰ ਤਾਂ ਅਸੀਂ ਮੰਨਦੇ ਵੀ ਨਹੀਂ ਆ। ਵੇਖ ਕੇ ਜਿਹੜਾ ਹੈ ਸਾਡਾ ਉਹ ਅੱਜ ਨੂੰ ਵੇਖੀਏ ਤੇ ਫਿਰ ਕਿਤੇ ਸਵਾਲ ਕਰਕੇ ਦੇਖੀਏ ਵੀ ਅੱਜ ਤੋਂ ਜੇ 200 ਸਾਲ ਪਹਿਲਾਂ ਇਹ ਘਟਨਾ ਘਟੀ ਹੋਵੇ, 300 ਸਾਲ ਪਹਿਲਾਂ ਘਟਨਾ ਘਟੀ ਹੋਵੇ, ਤੇ ਵੱਧ ਤੋਂ ਵੱਧ ਕੀ ਹੋ ਸਕਦਾ। ਉਦੋਂ ਉਸ ਤਰੀਕੇ ਦੇ ਨਾਲ ਸਾਨੂੰ ਕੱਲਾ ਸ਼ਰਧਾਲੂ ਬਣ ਕੇ ਨਹੀਂ, ਸਾਨੂੰ ਇੱਕ ਚੰਗੇ ਪਾਰਖੂ ਅੱਖ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ। ਸੋ ਬਾਪੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਆਪਣੇ ਵਡਮੁੱਲੇ ਸਮੇਂ ਦੇ ਵਿੱਚੋਂ ਸਮਾਂ ਕੱਢਿਆ ਔਰ ਸੰਗਤਾਂ ਦੇ ਨਾਲ ਇਹ ਇੱਕ ਚਾਨਣ ਰੂਪ ਦੇ ਵਿੱਚ ਸਾਖੀਆਂ ਤੋਂ ਜਿਹੜਾ ਆਪ ਜੀ ਜਾਣੂ ਕਰਵਾ ਰਹੇ ਹੋ ਕਿ ਭਾਈ ਬਹੁਤ ਵੱਡਾ ਝੂਠ ਹੈ, ਖਲਾਰਾ ਹੈ ਕਿ ਗੁਰੂ ਨਾਨਕ ਆਪਣੇ ਆਪ ਦੇ ਵਿੱਚ ਇੱਕ ਜੀਵਨ ਸੇਧ ਹੈਗੇ ਆ। ਜਦੋਂ ਉਹਨਾਂ ਦੀ ਬਾਣੀ ਨੂੰ ਪੜ੍ਹਿਆ ਜਾਂਦਾ ਤੇ ਉਸ ਤੋਂ ਅਸੀਂ ਜ਼ਿਆਦਾ ਸੇਧ ਲੈਣ ਲਈ ਕੁਛ ਨਾ ਕੁਛ ਕਰੀਏ। ਸੋ ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਹੈ ਜੀ, ਔਰ ਆਪਣੇ ਸਮੇਂ ਦੀ ਵੀ ਸਮਾਪਤੀ ਹੋ ਚੁੱਕੀ ਹੈ। ਅਗਲੇ ਐਪੀਸੋਡ ਦੇ ਵਿੱਚ ਆਪਾਂ ਮਿਲਾਂਗੇ। ਸੋ ਸਾਰਿਆਂ ਦਾ ਧੰਨਵਾਦ, ਸਰੋਤਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।